मन प्रबुद्ध हो हर कै नाए। मन प्रबुद्ध हो दा मतलब मन नू समझाओ। हर कै नाए प्रभु दे हुक्म नाल, प्रभु दे हुक्म विच। हे भाई, अपने मन नू प्रभु दे हुक्म दे विच जगाओ, अपने मन नू समझाओ रब दे हुक्म दे विच रहना। जो इंसान रब्बी हुक्म दे अंदर जिंदगी जी रहा है, वो इंसान जाग रहा है, सुचेत है। ਤੇ ਜਿਹੜਾ ਇਨਸਾਨ ਰੱਬੀ ਹੁਕਮ ਤੋਂ ਉਲਟ ਜ਼ਿੰਦਗੀ ਜੀ ਰਿਹਾ ਹੈ, ਉਹ ਇਨਸਾਨ ਅਚੇਤ ਹੈ, ਬੇਸਮਝੀ ਹੈ ਉਹਦੀ। ਤੇ ਉਹਦੀ ਉਸ ਬੇਸਮਝੀ ਕਰਕੇ ਹੀ ਉਹਦੇ ਜੀਵਨ ਦੇ ਅੰਦਰ ਦੁੱਖ ਔਰ ਅਸ਼ਾਂਤੀ ਹੈ। ਇਸ ਲਈ ਅਸੀਂ ਆਪਣੇ ਮਨ ਨੂੰ ਸਮਝਾਉਣਾ ਹੈ, ਰੱਬੀ ਰਜ਼ਾ ਦੇ ਅੰਦਰ ਤੁਰਨ ਵਾਸਤੇ ਪ੍ਰੇਰਿਤ ਕਰਨਾ ਹੈ। ਮਨ ਪ੍ਰਬੁੱਧੋ ਹਰ ਕੈ ਨਾਏ। ਤੇ ਫਿਰ ਕੀ ਹੋਏਗਾ? ਦਹਿ ਦਿਸ ਧਾਵਤ ਆਵੇ ਠਾਏ। ਠਾਏ ਦਾ ਮਤਲਬ ਟਿਕਾਣੇ ਤੇ। ਦਸਾਂ ਦਿਸ਼ਾਂ ਦੇ ਅੰਦਰ ਦੌੜਦਾ ਇਹ ਮਨ ਫਿਰ ਟਿਕਾਣੇ ਆ ਜਾਏਗਾ। ਫਿਰ ਇਹ ਮਨ ਦੌੜੇਗਾ ਨਹੀਂ। ਹੁਣ ਆਮ ਆਦਮੀ ਦਾ ਮਨ ਜਿਹੜਾ ਹੈ ਨਾ, ਭਟਕਦਾ ਹੈ। ਅਸੀਂ ਆਮ ਕਹਿੰਦੇ ਹਾਂ ਕਿ ਮਨ ਟਿਕਦਾ ਨਹੀਂ, ਮਨ ਭਟਕਦਾ ਹੈ। ਪਾਠ ਕਰਨ ਬਹਿੰਦੇ ਹਾਂ ਤਾਂ, ਜਾਂ ਕਿਸੇ ਹੋਰ ਕੰਮ ਦੇ ਵਿੱਚ ਜਦੋਂ ਅਸੀਂ ਪੜ੍ਹਾਈ ਵਿੱਚ ਧਿਆਨ ਲਗਾਉਂਦੇ ਹਾਂ, ਜਾਂ ਕਿਸੇ ਘਰੇਲੂ ਕੰਮ ਵਿੱਚ, ਤਾਂ ਮਨ ਅਲੱਗ-ਅਲੱਗ ਦਿਸ਼ਾਵਾਂ ਦੇ ਅੰਦਰ ਭਟਕਦਾ ਰਹਿੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਜਦੋਂ ਤੁਸੀਂ ਰੱਬੀ ਹੁਕਮ ਨੂੰ ਸਮਝੋਗੇ, ਹੁਕਮ ਦੇ ਅੰਦਰ ਮਨ ਨੂੰ ਸਮਝਾਓਗੇ, ਤਾਂ ਫਿਰ ਮਨ ਜਿਹੜਾ ਟਿਕ ਜਾਏਗਾ। ਸਮਝ ਆ ਜਾਏਗੀ ਸਿਸਟਮ ਦੀ, ਸਮਝ ਆ ਜਾਏਗੀ ਅਸੂਲਾਂ ਦੀ। ਜ਼ਿੰਦਗੀ ਦਾ ਇੱਕ ਗੋਲ ਬਣ ਜਾਏਗਾ ਕਿ ਮੈਂ ਰੱਬੀ ਰਜ਼ਾ ਦੇ ਅੰਦਰ ਰਹਿਣਾ, ਹੁਕਮ ਰਜ਼ਾਈ ਚੱਲਣਾ। ਜਦੋਂ ਇੱਕ ਗੋਲ ਬਣ ਜਾਏਗਾ ਤਾਂ ਫਿਰ ਮਨ ਉਸ ਗੋਲ ਦੇ ਉੱਤੇ ਟਿਕ ਜਾਏਗਾ। ਫਿਰ ਜਿਹੜਾ ਵੀ ਕਾਰਜ ਕਰੋਗੇ ਉਸ ਕਾਰਜ ਦੇ ਅੰਦਰ ਸਫਲਤਾ ਵੀ ਮਿਲੇਗੀ। ਇਸ ਲਈ ਸਾਡੀ ਜ਼ਿੰਦਗੀ ਦਾ ਗੋਲ ਕੀ ਹੈ? ਗੁਰਬਾਣੀ ਅਨੁਸਾਰ ਕੀ ਗੋਲ ਬਣੇਗਾ ਜੀ? ਕਿ ਸਚਿਆਰਾ ਹੋਈ ਹੈ। ਸਚਿਆਰ ਹੋਣਾ ਸਾਡੀ ਜ਼ਿੰਦਗੀ ਦਾ ਗੋਲ ਹੈ। ਮਨ, ਬਚਨ ਔਰ ਕਰਮ ਕਰਕੇ ਸੱਚੇ ਹੋਣਾ। ਤੇ ਸਚਿਆਰ ਹੋਣ ਵਾਸਤੇ ਸਾਧਨ ਕੀ ਹੈ? ਹੁਕਮ ਰਜ਼ਾਈ ਚੱਲਣਾ, ਯਾਨੀ ਰਜ਼ਾ ਦੇ ਅੰਦਰ ਜੀਵਨ ਗੁਜ਼ਾਰਨਾ। ਤਾਂ ਜਦੋਂ ਅਸੀਂ ਪ੍ਰਭੂ ਦੇ ਹੁਕਮ ਨੂੰ ਸਮਝਾਂਗੇ, ਹੁਕਮ ਅਨੁਸਾਰ ਜ਼ਿੰਦਗੀ ਜੀਵਾਂਗੇ, ਤਾਂ ਫਿਰ ਮਨ ਦਸਾਂ ਦਿਸ਼ਾਵਾਂ ਵਾਲੇ ਪਾਸੇ ਦੌੜੇਗਾ ਨਹੀਂ। ਫਿਜ਼ੂਲ ਉਹ ਆਪਣੇ ਗੋਲ ਦੇ ਉੱਤੇ, ਸੱਚ ਦੇ ਉੱਤੇ ਟਿਕ ਜਾਏਗਾ। ਤਾਕੋ ਬਿਘਨ ਨਾ ਲਾਗੇ ਕੋਏ। ਉਸ ਇਨਸਾਨ ਨੂੰ ਜ਼ਿੰਦਗੀ ਦੇ ਅੰਦਰ ਕੋਈ ਔਕੜ ਨਹੀਂ ਪਹੁੰਚਦੀ। ਵਿਘਨ ਦਾ ਮਤਲਬ ਵਿਘਨ, ਨੁਕਸਾਨ ਕੋਈ ਹੋਣਾ, ਔਕੜ ਆ ਜਾਣੀ ਰਾਸਤੇ ਦੇ ਅੰਦਰ। ਅਸੀਂ ਕਹਿੰਦੇ ਹਾਂ ਕਿ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ, ਪਰ ਇਹ ਵਿਘਨ ਆ ਗਿਆ, ਇਹ ਵਿਘਨ ਪੈ ਗਿਆ। ਇਸ ਵਿਘਨ ਕਰਕੇ ਅਸੀਂ ਆਪਣੇ ਕਾਰਜ ਵਿੱਚ ਸਫਲ ਨਹੀਂ ਹੋ ਸਕਦੇ। ਤਾਂ ਗੁਰੂ ਜੀ ਕਹਿੰਦੇ ਨੇ, ਉਸ ਇਨਸਾਨ ਨੂੰ ਫਿਰ ਜੀਵਨ ਦੇ ਅੰਦਰ ਕੋਈ ਵਿਘਨ ਨਹੀਂ ਲੱਗੇਗਾ, ਕੋਈ ਵਿਘਨ ਉਹਨੂੰ ਰੋਕ ਨਹੀਂ ਪਾਏਗਾ। ਉਹਦੇ ਆਤਮਿਕ ਜੀਵਨ ਦੇ ਅੰਦਰ ਵਿਘਨ ਜਿਹੜੇ ਆਉਣਗੇ, ਉਹਨਾਂ ਨੂੰ ਬੜੀ ਆਸਾਨੀ ਦੇ ਨਾਲ ਉਹ ਹਟਾਉਂਦਾ ਚਲਾ ਜਾਏਗਾ, ਕਿਉਂਕਿ ਉਹਨੂੰ ਸਿਸਟਮ ਦਾ ਪਤਾ ਲੱਗ ਗਿਆ ਨਾ। ਜਦੋਂ ਸਾਨੂੰ ਹੁਕਮ ਦੀ ਰਜ਼ਾ ਦੀ ਸਮਝ ਪੈ ਜਾਏਗੀ, ਤਾਂ ਆਤਮਿਕ ਜੀਵਨ ਵਿੱਚ ਕੋਈ ਵਿਘਨ ਨਹੀਂ ਆਏਗਾ। ਉਸ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਵਿਘਨ ਨਹੀਂ ਲੱਗਦਾ। ਕਿਹੜੇ ਇਨਸਾਨ ਦੀ ਜ਼ਿੰਦਗੀ ਵਿੱਚ? ਉਹ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ, ਜਾ ਕੇ ਹਿਰਦੈ ਬਸੈ ਹਰ ਸੋਏ। ਜਿਸ ਇਨਸਾਨ ਦੇ ਹਿਰਦੇ ਵਿੱਚ ਰੱਬ ਵਸਦਾ ਹੈ, ਰੱਬ ਦੇ ਗੁਣ ਵਸਦੇ ਨੇ, ਜਿਸ ਇਨਸਾਨ ਦੇ ਹਿਰਦੇ ਵਿੱਚ ਸੋਚ ਅੰਦਰ ਰੱਬ ਵਸਦਾ ਹੈ। ਹੁਣ ਦੇਖੋ, ਰੱਬ ਸਾਡੇ ਸਾਰਿਆਂ ਦੇ ਵਿੱਚ ਵਸ ਹੀ ਰਿਹਾ ਹੈ। ਇਹਦਾ ਮਤਲਬ ਕਿ ਅਸੀਂ ਉਸ ਰੱਬ ਦੇ ਗੁਣਾਂ ਨੂੰ ਵਰਤੋਂ ਵਿੱਚ ਲਿਆਉਣਾ ਹੈ। ਇਹ ਚੀਜ਼ ਨੂੰ ਸਮਝਣਾ ਹੈ ਕਿ ਸਾਡੇ ਹਿਰਦੇ ਵਿੱਚ ਰੱਬ ਹੈ। ਅਸੀਂ ਉਸ ਰੱਬ ਨੂੰ ਆਪਣੇ ਅੰਦਰੋਂ ਵੇਖਣਾ ਹੈ। ਕਿਵੇਂ ਹੈ ਰੱਬ ਸਾਡੇ ਅੰਦਰ? ਇਸ ਵਿਚਾਰ ਅਸੀਂ ਰੋਜ਼ ਕਰ ਰਹੇ ਹਾਂ ਕਿ ਸਾਡੇ ਅੰਦਰ ਸਚਾਈ ਹੈ, ਦਇਆ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਇਨਸਾਨੀਅਤ ਹੈ, ਪ੍ਰੇਮ ਹੈ। ਤੇ ਇਹ ਸਾਰੇ ਰੱਬ ਦੇ ਗੁਣ ਨੇ। ਰੱਬ ਇੱਕ ਗੁਣਾਂ ਦਾ ਖਜ਼ਾਨਾ ਹੀ ਤਾਂ ਹੈ। ਗੁਣ ਨਿਧਾਨ ਭਗਤਨ ਕੋ ਵਰਤਨ। ਰੱਬ ਇੱਕ ਗੁਣਾਂ ਦਾ ਖਜ਼ਾਨਾ ਹੈ। ਉਹ ਸਾਡੇ ਅੰਦਰ ਵਸ ਰਿਹਾ ਹੈ, ਸਾਡੇ ਸਾਰਿਆਂ ਦੇ। ਤੇ ਜੇ ਅਸੀਂ ਉਹਨਾਂ ਗੁਣਾਂ ਨੂੰ ਯੂਜ਼ ਕਰੀਏ ਆਪਣੀ ਜ਼ਿੰਦਗੀ ਵਿੱਚ, ਤਾਂ ਫਿਰ ਆਤਮਿਕ ਜੀਵਨ ਦੇ ਅੰਦਰ ਕੋਈ ਵਿਘਨ ਨਹੀਂ ਲੱਗੇਗਾ, ਕੋਈ ਰੁਕਾਵਟ ਨਹੀਂ ਆਏਗੀ। ਫਿਰ ਜੀਵਨ ਅੰਦਰ ਖੁਸ਼ੀਆਂ ਆ ਜਾਣਗੀਆਂ। ਦੇਖੋ, ਇਹ ਸਿੰਪਲ ਗੱਲ ਸਾਡੀ ਸਮਝ ਚ ਆ ਜਾਏਗੀ ਕਿ ਜੇ ਅਸੀਂ ਪਰਿਵਾਰ ਦੇ ਸਾਰੇ ਜੀ, ਜੇ ਅਸੀਂ ਆਪਣੇ ਆਪਣੇ ਪਰਿਵਾਰ ਦੀ ਗੱਲ ਲੈ ਕੇ ਕਰੀਏ ਸਿਰਫ,
ਤਾਂ ਪਰਿਵਾਰ ਦੇ ਜਿੰਨੇ ਵੀ ਮੈਂਬਰ ਹਾਂ, ਜੇ ਸਾਰੇ ਗੁਣਾਂ ਦੀ ਵਰਤੋਂ ਕਰੀਏ, ਔਗੁਣਾਂ ਦੀ ਵਰਤੋਂ ਕੋਈ ਨਾ ਕਰੇ, ਤਾਂ ਪਰਿਵਾਰ ਜਿਹੜਾ ਹੈ ਉਹ ਸਵਰਗ ਬਣ ਜਾਏਗਾ। ਤੇ ਜੇ ਇਸੇ ਤਰ੍ਹਾਂ ਹਰ ਪਰਿਵਾਰ ਦਾ ਜੀ ਗੁਣਾਂ ਦੀ ਵਰਤੋਂ ਕਰਨੀ ਸਿੱਖ ਜਾਏ ਤੇ ਸਮਾਜ ਦੇ ਅੰਦਰ ਹਰ ਇਨਸਾਨ ਗੁਣਾਂ ਦੀ ਵਰਤੋਂ ਕਰੇ, ਤਾਂ ਸਾਰਾ ਸਮਾਜ ਸਵਰਗ ਹੋ ਜਾਏਗਾ। ਜੀਵਨ ਦੇ ਅੰਦਰ ਆਤਮਿਕ ਜੀਵਨ 'ਚ ਕੋਈ ਵਿਘਨ ਆਏਗਾ ਹੀ ਨਹੀਂ। ਵਿਘਨ ਜਿੰਨੇ ਨੇ ਉਹ ਸਾਡੇ ਔਗਣ ਨੇ। ਝੂਠ ਵਿਘਨ ਹੈ ਸਾਡੀ ਖੁਸ਼ੀ ਵਿੱਚ, ਕਿਤੇ ਲੋਭ ਵਿਘਨ ਅੜਕਾ ਦਿੰਦਾ ਹੈ, ਕਿਤੇ ਕ੍ਰੋਧ, ਕਿਤੇ ਕਾਮ। ਇਹ ਚੀਜ਼ਾਂ ਸਾਡੇ ਜੀਵਨ 'ਚ ਵਿਘਨ ਬਣਦੀਆਂ ਨਾ ਖੁਸ਼ੀਆਂ 'ਚ। ਤੇ ਜਿਹਦੇ ਮੈਂਟੈਲਿਟੀ, ਮਾਨਸਿਕਤਾ ਦੇ ਅੰਦਰ ਰੱਬੀ ਗੁਣ ਵਸ ਜਾਣਗੇ, ਉਹਦੀ ਜ਼ਿੰਦਗੀ ਦੇ ਅੰਦਰ ਐਸੇ ਵਿਘਨ ਨਹੀਂ ਆਣਗੇ। ਕਲ ਤਾਤੀ ਠਾਂਡਾ ਹਰ ਨਾਉ। ਤਾਤੀ ਦਾ ਮਤਲਬ ਤੱਤੀ ਅੱਗ, ਤੇ ਕਲ ਦਾ ਮਤਲਬ ਕਲਯੁਗ ਵੀ ਇਹਦਾ ਲਿਆ ਹੈ, ਲੇਕਿਨ ਕਲ ਦਾ ਮਤਲਬ ਇੱਥੇ ਹੈ ਕਲ ਕਲੇਸ਼। ਜਿਵੇਂ ਅਸੀਂ ਸੁਖਮਨੀ ਸਾਹਿਬ ਜੀ ਦੇ ਸ਼ੁਰੂ ਵਿੱਚ ਪੜਿਆ ਸੀ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਕਲਾ ਕਲੇਸ਼, ਜਿਹੜੀ ਕਲਾ ਹੈ, ਮਾਇਆ, ਇਹ ਤੱਤੀ ਹੈ ਅੱਗ ਵਰਗੀ। ਇੱਥੇ ਕਲ ਦਾ ਮਤਲਬ ਕਲਾ, ਮਾਇਆ। ਤੇ ਮਾਇਆ ਕੀ ਹੈ, ਇਹ ਹੁਣ ਆਪਣੇ ਕਲਾਸ ਵਾਲਿਆਂ ਨੂੰ ਤਾਂ ਕਰੀਬ ਸਾਰਿਆਂ ਨੂੰ ਯਾਦ ਹੋ ਗਿਆ ਨਾ। ਇਸੇ ਤਰ੍ਹਾਂ ਅਨਮਿਊਟ ਰਹਿ ਕੇ ਜਦੋਂ ਬੋਲੋਗੇ ਮੈਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕਿਹੜੀ ਪੰਕਤੀ ਬੋਲ ਰਹੇ ਹੋ। ਮਾਇਆ ਕੀ ਹੈ ਜੀ, ਬੋਲੋ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਹੈ, ਯਾਨੀ ਸਾਡੀ ਇੱਕ ਮੈਂਟੈਲਿਟੀ, ਜਿਹੜੀ ਸਾਡੀ ਸੋਚ ਸਾਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਜਿਹੜੀ ਸਾਡੀ ਸੋਚ ਸਾਨੂੰ ਅੰਦਰੋਂ ਇੱਕ ਨਹੀਂ ਹੋਣ ਦਿੰਦੀ, ਅੰਦਰੋਂ ਬਾਹਰੋਂ, ਜਿਹੜੀ ਸੋਚ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਉਹ ਸੋਚ ਮਾਇਆ ਹੈ ਤੇ ਉਹ ਨਿਰੀ ਅੱਗ ਹੈ। ਬਾਕੀ ਦੇ ਵਿਕਾਰ ਸਾਰੇ ਸੋਚ ਵਿੱਚੋਂ ਪੈਦਾ ਹੋ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਮਾਇਆ ਜਿਹੜੀ ਹੈ, ਵਿਕਾਰ ਨੇ, ਅੱਗ ਨੇ। ਠਾਂਡਾ ਹਰ ਨਾਉ, ਤੇ ਜੋ ਰੱਬ ਦਾ ਨਾਮ ਹੈ, ਰੱਬ ਦੇ ਜੋ ਗੁਣ ਨੇ, ਉਹ ਠੰਡੇ ਨੇ, ਸ਼ੀਤਲ ਨੇ, ਇਸ ਅੱਗ ਨੂੰ ਬੁਝਾਉਣ ਵਾਲੇ ਨੇ। ਰੱਬ ਦਾ ਨਾਮ, ਰੱਬ ਦਾ ਹੁਕਮ, ਰੱਬ ਦੇ ਗੁਣ ਇਸ ਅੱਗ ਨੂੰ ਬੁਝਾਉਣ ਵਾਲੇ ਨੇ। ਦੇਖੋ, ਜਿੱਥੇ ਕ੍ਰੋਧ ਦੀ ਅੱਗ ਬਲ ਰਹੀ ਹੈ, ਜੇ ਉੱਥੇ ਪ੍ਰੇਮ ਦਾ ਪਾਣੀ ਪਾ ਦਿਓ ਤੇ ਕ੍ਰੋਧ ਦੀ ਅੱਗ ਬੁਝ ਜਾਏਗੀ। ਜੇ ਲੋਭ ਦੀ ਅੱਗ ਬਲ ਰਹੀ ਹੈ, ਸੰਤੋਖ ਦਾ ਪਾਣੀ ਪਾ ਦਿਓ, ਸੰਤੋਖ ਦੀ ਅੱਗ ਬੁਝ ਜਾਏਗੀ। ਇਹਦਾ ਮਤਲਬ ਜਿੰਨੇ ਵੀ ਸਾਡੇ ਅੰਦਰ ਚਿੰਤਾਵਾਂ, ਫਿਕਰ, ਕਾੜੇ, ਝੋਰੇ, ਅੰਦੇਸ਼ੇ ਨੇ, ਉਹ ਸਾਡੇ ਵਿਕਾਰਾਂ ਕਰਕੇ ਨੇ, ਔਗੁਣਾ ਕਰਕੇ ਨੇ। ਇਹ ਸਾਰੇ ਸਾੜਨ ਵਾਲੇ ਨੇ, ਸਾਡੀਆਂ ਖੁਸ਼ੀਆਂ ਨੂੰ ਸਾੜਦੇ ਨੇ, ਸਾਡੇ ਅੰਦਰੋਂ ਇਨਸਾਨੀਅਤ ਨੂੰ ਜਲਾ ਦਿੰਦੇ ਨੇ। ਤੇ ਜੇ ਅਸੀਂ ਇੱਥੇ ਗੁਣਾਂ ਦੀ ਵਰਤੋਂ ਕਰ ਲਈਏ ਤਾਂ ਸਾਡੀ ਜ਼ਿੰਦਗੀ ਅੰਦਰ ਠੰਡਕ ਵਰਤ ਜਾਏਗੀ। ਇਹ ਹੁਣ ਚੁਆਇਸ ਹਰ ਬੰਦੇ ਦੀ ਆਪਣੀ ਹੈ ਕਿ ਉਹਨੇ ਆਪਣੇ ਅੰਦਰ ਅੱਗ ਬਾਲ ਕੇ ਰੱਖਣੀ ਹੈ ਕਿ ਠੰਡਕ, ਪਹਿਲੀ ਗੱਲ। ਦੂਜੀ ਚੁਆਇਸ ਇਹ ਹੈ ਕਿ ਜੇ ਸਾਡੇ ਅੰਦਰ ਵਿਕਾਰਾਂ ਦੀ ਅੱਗ ਬਲ ਰਹੀ ਹੈ ਤਾਂ ਕੀ ਅਸੀਂ ਉਹਨੂੰ ਬੁਝਾਉਣਾ ਚਾਹੁੰਦੇ ਹਾਂ ਕਿ ਉਸੇ ਤਰ੍ਹਾਂ ਭਾਂਬੜ ਮੱਚੇ ਰਹਿਣ ਦੇਣੇ ਨੇ। ਜੇ ਕੋਈ ਬੁਝਾਉਣਾ ਚਾਹੁੰਦਾ ਹੈ ਤਾਂ ਉਹ ਗੁਣਾਂ ਦੀ ਵਰਤੋਂ ਕਰੇ ਤਾਂ ਬੁੱਝ ਜਾਣਗੇ। ਕਲ ਤਾਥੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਇਸ ਲਈ ਉਹਨੂੰ ਸਿਮਰੋ, ਯਾਦ ਰੱਖੋ ਗੁਣਾਂ ਨੂੰ, ਰੱਬ ਦੇ ਹੁਕਮ ਨੂੰ, ਤੇ ਸੁਖ ਪਾਲੋ। ਰੱਬ ਦੇ ਗੁਣਾਂ ਨੂੰ ਯਾਦ ਰੱਖੋ, ਰੱਬ ਦੇ ਹੁਕਮ ਨੂੰ ਯਾਦ ਰੱਖੋ ਤੇ ਸੁਖ ਪਾਓ। ਹੁਣ ਸੁਖ ਜਾਂ ਦੁੱਖ ਸਾਡੀ ਯਾਦ ਤੇ ਡਿਪੈਂਡ ਕਰੇਗਾ ਕਿ ਸਾਡੀ ਸੁਰਤ ਵਿੱਚ ਕੀ ਹੈ। ਜੇ ਆਪਾਂ ਹੁਣ ਦੀ ਗੱਲ ਕਰੀਏ, ਮੌਕੇ ਤੇ ਅਸੀਂ ਕਲਾਸ ਵਿੱਚ ਆ, ਤਾਂ ਹੁਣ ਜੇ ਮੇਰੀ ਚੇਤੇ ਦੇ ਅੰਦਰ, ਚਿੱਤ ਵਿੱਚ, ਸੁਰਤ ਵਿੱਚ ਤੁਹਾਡੇ ਵਾਸਤੇ ਈਰਖਾ ਹੈ, ਤਾਂ ਫਿਰ ਮੈਂ ਇੱਥੇ ਵਿਚਾਰ ਕਰਦਾ ਹੋਇਆ ਵੀ ਅੰਦਰੇ ਅੰਦਰ ਸੜ ਰਿਹਾ ਹਾਂ, ਕਿਉਂਕਿ ਚਿੱਤ ਦੇ ਅੰਦਰ ਈਰਖਾ ਹੈ ਤੇ ਅੰਦਰ ਈਰਖਾ ਦੀ ਅੱਗ ਬਲ ਰਹੀ ਹੈ। ਭਾਵੇਂ ਬਾਹਰੋਂ ਹੱਸ ਹੀ ਰਿਹਾ ਹਾਂ, ਅੰਦਰੋਂ ਸੜ ਰਿਹਾ। ਤੇ ਜੇ ਮੇਰੇ ਅੰਦਰ ਤੁਹਾਡੇ ਵਾਸਤੇ ਪ੍ਰੇਮ ਪੈਦਾ ਹੋ ਜਾਏ ਤਾਂ ਫਿਰ ਮੈਂ ਬਿਲਕੁਲ ਸ਼ਾਂਤ ਹਾਂ। ਹੁਣ ਮੇਰੀ ਸ਼ਾਂਤੀ ਜਾਂ ਅਸ਼ਾਂਤੀ ਕਿਸ ਚੀਜ਼ ਤੇ ਡਿਪੈਂਡ ਕਰੇਗੀ ਕਿ ਮੇਰੀ ਸੁਰਤ ਵਿੱਚ ਕੀ ਹੈ, ਮੇਰੇ ਚੇਤੇ ਵਿੱਚ ਕੀ ਹੈ। ਇਸੇ ਤਰ੍ਹਾਂ ਸਾਡੀ ਸਾਰੀ ਮਨੁੱਖਤਾ ਦੀ ਜ਼ਿੰਦਗੀ ਦਾ ਇਹ ਨਿਚੋੜ ਹੈ ਕਿ ਕਿਸੇ ਦੀ ਸੋਚ ਦੇ ਅੰਦਰ ਕੀ ਹੈ, ਗੁਣ ਜਾਂ ਔਗਣ। ਜੇ ਔਗਣ ਨੇ ਤਾਂ ਜ਼ਿੰਦਗੀ ਵਿੱਚ ਅਸ਼ਾਂਤੀ ਰਹੇਗੀ, ਜੇ ਗੁਣ ਨੇ ਤਾਂ ਜੀਵਨ ਵਿੱਚ ਸ਼ਾਂਤੀ ਰਹੇਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਸਿਮਰੋ, ਉਹਨਾਂ ਗੁਣਾਂ ਨੂੰ ਯਾਦ ਰੱਖੋ, ਆਪਣੇ ਚੇਤੇ ਵਿੱਚ ਵਸਾਓ, ਉਹਨਾਂ ਦੀ ਵਰਤੋਂ ਕਰੋ ਤੇ ਸੁਖ ਪਾਲੋ। ਫਿਰ ਕੀ ਹੋਏਗਾ? ਭਉ ਬਿਨਸੈ
ਪੂਰਨ ਹੋਏ ਆਸ, ਜਦੋਂ ਅਸੀਂ ਗੁਣਾਂ ਨੂੰ ਯਾਦ ਰੱਖਾਂਗੇ, ਰੱਬੀ ਰਜਾ ਵਿੱਚ ਤੁਰਾਂਗੇ, ਤਾਂ ਭਉ ਬਿਨਸੇ ਦਾ ਮਤਲਬ ਸਾਡਾ ਡਰ ਉੱਡ ਜਾਏਗਾ। ਡਰ ਉੱਡ ਜਾਂਦਾ ਹੈ, ਆਸਾ ਪੂਰੀ ਹੋ ਜਾਂਦੀ ਹੈ। ਭਾਵ ਕਿ ਫਿਰ ਜਿਹੜਾ ਆਸਾ, ਜਿਹੜਾ ਮਨੁੱਖ ਨਾ ਮਨੁੱਖ ਆਸਾਂ ਬੰਨਦਾ ਫਿਰਦਾ ਹੈ, ਤੇ ਨਾ ਉਹਨਾਂ ਦੇ ਆਸਾਂ ਦਾ ਟੁੱਟਣ ਦਾ ਕੋਈ ਡਰ ਹੀ ਰਹਿੰਦਾ ਹੈ। ਭਉ ਬਿਨਸੇ ਪੂਰਨ ਹੋਈ ਆਸ। ਹੁਣ ਜਦੋਂ ਆਸ ਹੀ ਨਹੀਂ ਕੋਈ, ਮੈਂ ਇੱਕ ਆਸ ਲਾਈ ਹੈ ਕਿ ਮੇਰਾ ਕੰਮ ਫਲਾਣਾ ਬੰਦਾ ਕਰ ਦੇਵੇਗਾ, ਮੇਰਾ ਇਹ ਕੰਮ ਹੈ, ਉਸ ਬੰਦੇ ਤੋਂ ਇਹ ਕੰਮ ਮੇਰਾ ਹੋ ਜਾਏਗਾ। ਹੁਣ ਇਹ ਆਸ ਹੈ ਨਾ, ਤੇ ਜੇ ਆਸ ਪੂਰੀ ਨਾ ਹੋਈ ਤਾਂ ਮੈਨੂੰ ਚਿੰਤਾ ਹੋਏਗੀ। ਹੁਣ ਇਹ ਮੈਨੂੰ ਚਿੰਤਾ ਹੈ ਕਿ ਪਤਾ ਨਹੀਂ ਕਰੇਗਾ ਕਿ ਨਹੀਂ, ਆਸ ਲਾ ਕੇ ਬੈਠਾ। ਤੇ ਜੇ ਮੈਨੂੰ ਉਹਦੇ ਤੋਂ ਆਸ ਹੀ ਨਹੀਂ ਹੈ, ਮੈਂ ਆਸ ਲਾਈ ਹੀ ਨਹੀਂ, ਤਾਂ ਮੇਰੀ ਜ਼ਿੰਦਗੀ ਅੰਦਰ ਡਰ ਹੀ ਨਹੀਂ ਆਸ ਟੁੱਟਣ ਦਾ, ਕਿਉਂਕਿ ਆਸ ਹੈ ਹੀ ਨਹੀਂ। ਆਸ ਹੀ ਰੱਬ ਤੇ ਹੈ ਨਾ, ਰੱਬ ਦੀ ਰਜ਼ਾ ਦੇ ਵਿੱਚ ਮੈਨੂੰ ਪਤਾ ਹੈ ਵੀ ਹੁਕਮ ਦੇ ਅੰਦਰ ਚੱਲਣਾ ਹੈ, ਤੇ ਮੈਂ ਆਪਣੀ ਜ਼ਿੰਦਗੀ ਆਪ ਜੀਣੀ। ਭਉ ਬਿਨਸੇ ਜਿੰਨੀਆਂ ਵੀ ਆਸ਼ਾਵਾਂ ਨੇ, ਤ੍ਰਿਸ਼ਨਾਵਾਂ ਨੇ, ਉਹ ਮੁੱਕ ਜਾਣਗੀਆਂ। ਜ਼ਿੰਦਗੀ ਚੋਂ ਡਰ ਖਤਮ ਹੋ ਜਾਏਗਾ, ਕਿਉਂਕਿ ਗੁਣ ਨੇ ਨਾ। ਹੁਣ ਜ਼ਿੰਦਗੀ ਵਿੱਚ ਅਵਗੁਣਾਂ ਦਾ ਡਰ ਸੀ, ਹੁਣ ਹੁਕਮ ਦੀ ਸਮਝ ਪੈ ਗਈ, ਰਜ਼ਾ ਦੀ ਸਮਝ ਪੈ ਗਈ ਕਿ ਹਰ ਕੰਮ ਸਿਸਟਮ ਦੇ ਅੰਦਰ ਹੋਣਾ ਹੈ, ਸਿਸਟਮ ਤੋਂ ਬਾਹਰ ਨਹੀਂ। ਤਾਂ ਹੁਣ ਮੈਨੂੰ ਡਰ ਨਹੀਂ ਹੈ, ਕੋਈ ਡਰ ਖਤਮ ਹੋ ਜਾਏਗਾ। ਆਸਾਂ ਤ੍ਰਿਸ਼ਨਾਵਾਂ ਮੁੱਕ ਜਾਣਗੀਆਂ ਜਦੋਂ ਜੀਵਨ ਵਿੱਚ ਰੱਬ ਦੀ ਯਾਦ ਟਿਕੇਗੀ, ਰੱਬ ਦੇ ਗੁਣ ਟਿਕਣਗੇ, ਰੱਬੀ ਰਜ਼ਾ ਦੇ ਅਨੁਸਾਰ ਮੈਂ ਜ਼ਿੰਦਗੀ ਜੀਵਾਂਗਾ। ਭਗਤ ਭਾਏ ਆਤਮ ਪ੍ਰਗਾਸ। ਹੁਣ ਕਦੋਂ ਭਉ ਬਿਨਸੇਗਾ, ਕਦੋਂ ਆਸ਼ਾਵਾਂ ਮੁੱਕਣਗੀਆਂ? ਭਗਤ ਭਾਏ ਦਾ ਮਤਲਬ ਪ੍ਰੇਮ, ਭਗਤ ਦਾ ਮਤਲਬ ਸੇਵਾ, ਭਗਤ ਭਾਏ ਦਾ ਮਤਲਬ ਸੇਵਾ ਜਿਹੜੀ ਹੈ ਕਰਨੀ ਪਿਆਰ ਦੇ ਨਾਲ। ਆਤਮ ਪ੍ਰਗਾਸ ਦਾ ਮਤਲਬ, ਆਤਮ ਦਾ ਮਤਲਬ ਆਪਣਾ ਆਪਾ, ਪ੍ਰਗਾਸ ਮਤਲਬ ਜਾਗ ਜਾਣਾ। ਪ੍ਰਭੂ ਦੀ ਪ੍ਰੇਮਾ ਭਗਤੀ ਕੀਤਿਆਂ, ਪ੍ਰਭੂ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾਇਆ, ਕਿਉਂਕਿ ਰੱਬ ਦੀ ਭਗਤੀ ਰੱਬ ਦੇ ਗੁਣਾਂ ਦੇ ਧਾਰਨੀ ਹੋਣੀ ਹੈ ਨਾ। ਅਸੀਂ ਜਪਜੀ ਸਾਹਿਬ ਵਿੱਚ ਖੁੱਲ ਕੇ ਵਿਚਾਰ ਕਰ ਰਹੇ ਹਾਂ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬ ਦੀ ਭਗਤੀ ਕੀ ਹੈ? ਰੱਬ ਦੇ ਹੁਕਮ ਵਿੱਚ ਤੁਰਨਾ ਹੀ ਰੱਬ ਦੀ ਭਗਤੀ ਹੈ। ਰੱਬ ਦੇ ਗੁਣਾਂ ਦੇ ਧਾਰਨੀ ਹੋਣਾ ਹੀ ਰੱਬ ਦੀ ਭਗਤੀ ਹੈ। ਤਾਂ ਜਦੋਂ ਅਸੀਂ ਭਗਤ ਪਾਏ, ਪ੍ਰੇਮ ਦੇ ਨਾਲ ਰੱਬੀ ਗੁਣਾਂ ਨੂੰ ਅਪੇ, ਤਾਂ ਸਾਡਾ ਆਪਣਾ ਆਪਾ ਚਮਕ ਪਏਗਾ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏਗਾ, ਸਾਡਾ ਅੰਦਰਲਾ ਹਿਰਦਾ ਖਿੜ ਜਾਏਗਾ, ਖੇੜਾ ਆ ਜਾਏਗਾ, ਚਿਹਰੇ ਦੀਆਂ ਤਿਊੜੀਆਂ ਮੁੱਕ ਜਾਣਗੀਆਂ, ਚਿਹਰੇ ਦੀਆਂ ਜਿਹੜੀਆਂ ਛਾਈਆਂ ਮਿਟ ਜਾਣਗੀਆਂ, ਚਿਹਰੇ ਤੇ ਮੁਸਕਾਨ ਆ ਜਾਏਗੀ, ਅੱਖਾਂ ਵਿੱਚ ਚਮਕ ਆ ਜਾਏਗੀ, ਚਿਹਰੇ ਤੇ ਨੂਰ ਆ ਜਾਏਗਾ, ਹਿਰਦੇ ਅੰਦਰ ਸ਼ਾਂਤੀ ਆ ਜਾਏਗੀ। ਜਿਹੜੀਆਂ ਬਾਹਾਂ ਕਿਸੇ ਦੀ ਪੱਗ ਲਾਉਣ ਵਾਸਤੇ ਵੱਧਦੀਆਂ ਸਨ, ਉਹ ਕਿਸੇ ਦੀ ਇੱਜ਼ਤ ਦੇਣ ਵਾਸਤੇ ਵਧਣਗੀਆਂ। ਇਸ ਪ੍ਰੇਮਾ ਭਗਤੀ ਦੇ ਨਾਲ ਆਪਣਾ ਆਤਮਾ, ਸਾਡਾ ਆਪਣਾ ਆਪਾ ਚਮਕ ਪੈਂਦਾ ਹੈ, ਭਾਵ ਕਿ ਖਿੜ ਪੈਂਦਾ ਹੈ, ਚੜ੍ਹਦੀ ਕਲਾ ਆ ਜਾਂਦੀ ਹੈ। ਤਿਤ ਘਰ ਜਾਏ ਬਸੇ ਅਬਿਨਾਸ਼ੀ। ਤਿਤ ਘਰ ਦਾ ਮਤਲਬ ਉਸ ਘਰ ਵਿੱਚ, ਜਾਏ ਬਸੇ ਅਬਿਨਾਸ਼ੀ ਦਾ ਮਤਲਬ ਜਾ ਕੇ ਰੱਬ ਆਪ ਵਸ ਜਾਂਦਾ ਹੈ। ਉਸ ਹਿਰਦੇ ਦੇ ਅੰਦਰ ਜਾ ਕੇ ਰੱਬ ਆਪ ਵਸ ਜਾਂਦਾ ਹੈ। ਜਿੱਥੇ ਰੱਬੀ ਗੁਣ ਨੇ, ਜਿੱਥੇ ਰੱਬ ਦੀ ਰਜ਼ਾ ਵਿੱਚ ਤੁਰਿਆ ਜਾ ਰਿਹਾ, ਉੱਥੇ ਫਿਰ ਰੱਬ ਵਸ ਜਾਂਦਾ ਸਦਾ ਵਾਸਤੇ। ਉਹ ਘਰ ਹੀ ਰੱਬ ਦਾ ਘਰ ਹੋ ਜਾਂਦਾ ਹੈ, ਹਿਰਦਾ ਰੱਬ ਦਾ ਘਰ ਹੋ ਜਾਂਦਾ ਹੈ। ਕਹੋ ਨਾਨਕ ਕਾਟੀ ਜਮ ਫਾਸੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਵੀ, ਜਿਨ੍ਹਾਂ ਨੇ ਰੱਬ ਦੇ ਗੁਣਾਂ ਦੇ ਜੋ ਧਾਰਨੀ ਹੋਏ, ਉਹਨਾਂ ਨੇ ਜਮਾਂ ਦੀ ਫਾਹੀ ਕੱਟ ਲਈ। ਰੱਬ ਨੇ ਉਹਨਾਂ ਦੀ ਜਮਾਂ ਦੀ ਫਾਹੀ ਕੱਟ ਦਿੱਤੀ। ਤੇ ਜਮ ਕਿਹੜੇ ਨੇ? ਅਕਾਮ ਕ੍ਰੋਧ। ਇਹ ਜਮ ਨੇ ਜੋ ਸਾਨੂੰ ਆਤਮਕ ਮੌਤੇ ਮਾਰਦੇ ਨੇ, ਜੋ ਸਾਡੇ ਅੰਦਰੋਂ ਇਨਸਾਨੀਅਤ ਨੂੰ ਖਤਮ ਕਰਦੇ ਨੇ। ਜਿਵੇਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਆਪ ਵਿਚਾਰ ਕਰ ਰਹੇ ਸੀ ਨਾ, ਕਿਸੇ ਗੁਰਦੁਆਰੇ ਸਾਹਿਬ ਲੜਾਈ ਹੋਈ ਹੈ ਤਾਜੀ, ਤੇ ਉਹ ਇੱਕ ਦੂਜੇ ਦੇ ਸਿਰ ਪਾੜੀ ਬੈਠੇ ਨੇ। ਹੁਣ ਗੁਰਦੁਆਰਾ ਸਾਹਿਬ ਆਉਣਾ ਤੇ ਸ਼ਾਂਤੀ ਵਾਸਤੇ ਹੈ, ਇੱਥੇ ਤੇ ਸ਼ਾਂਤੀ ਲੈਣ ਆਉਣਾ ਸੀ, ਤੇ ਇੱਥੇ ਹੀ ਸਿਰ ਪਾੜ ਰਹੇ ਨੇ। ਇਹ ਇਸੇ ਚੀਜ਼ ਨੂੰ ਜਮ ਕਹਿੰਦੇ ਨੇ। ਹੁਣ ਕ੍ਰੋਧ ਦਾ ਜਮ ਹੈ ਨਾ, ਉਹ ਗੁਰਦੁਆਰੇ ਆਣ ਕੇ ਵੀ ਨਹੀਂ ਹਟਿਆ। ਘਰਾਂ ਵਿੱਚ ਵੀ ਇਹ ਹਾਲ, ਗੁਰਦੁਆਰੇ ਵਿੱਚ ਵੀ ਹਾਲ, ਮੰਦਰਾਂ ਮਸੀਤਾਂ ਵਿੱਚ ਇਹ ਹਾਲ। ਤਾਂ ਗੜਬੜ ਹੈ ਨਾ। ਇਹਨੂੰ ਕਹਿੰਦੇ ਨੇ ਜਮ। ਜਮਾ ਨੇ ਫੜਿਆ ਹੋਇਆ ਬੰਦੇ ਨੂੰ। ਤੇ ਗੁਰੂ ਜੀ ਕਹਿੰਦੇ ਨੇ ਜੋ ਹੁਕਮ ਰਜ਼ਾ ਦੇ ਅੰਦਰ ਚੱਲਣਗੇ, ਉਹਨਾਂ ਦੀ ਜ਼ਿੰਦਗੀ ਚੋਂ ਜਮਾਂ ਦੀ ਫਾਹੀ ਕੱਟੀ ਜਾਏਗੀ। ਤਾਂ ਜ਼ਰੂਰਤ ਤੇ ਇਹ ਸੀ ਕਿ ਗੁਰਦੁਆਰਾ ਸਾਹਿਬ ਅਸੀਂ ਆਉਂਦੇ ਆ ਨਾ,
ਤਾਂ ਇੱਥੇ ਅਸੀਂ ਆਉਣਾ ਕਿਉਂ ਹੈ? ਜੇ ਸਾਡਾ ਇਹ ਕੋਈ ਮਕਸਦ ਹੁੰਦਾ ਤਾਂ ਅੱਜ ਜ਼ਿੰਦਗੀ ਕੁਛ ਹੋਰ ਹੋਣੀ ਸੀ। ਅਸੀਂ ਗੁਰਦੁਆਰਾ ਸਾਹਿਬ ਆਉਣਾ ਸੀ, ਗੁਰੂਦੁਆਰੇ ਹੋਏ ਸੋਝੀ ਪਾਏ ਸੀ। ਇੱਥੋਂ ਸੂਝ ਲੈਣ ਆਉਣਾ ਸੀ ਗੁਰੂ ਦੇ ਕੋਲੋਂ ਨਾ। ਇੱਥੋਂ ਅਸੀਂ ਵੇ ਆਫ ਲਾਈਫ ਸਿੱਖਣਾ ਸੀ, ਜ਼ਿੰਦਗੀ ਜੀਣੀ ਸਿੱਖਣੀ ਸੀ ਕਿ ਜ਼ਿੰਦਗੀ ਅਸੀਂ ਜੀਣੀ ਕਿਵੇਂ ਹੈ, ਕਿਵੇਂ ਅਸੀਂ ਖੁਸ਼ੀ ਮੰਨਣੀ ਹੈ, ਕਿਵੇਂ ਅਸੀਂ ਆਨੰਦ ਪ੍ਰਸੰਨਤਾ ਵਾਲੀ ਜ਼ਿੰਦਗੀ ਜੀਣੀ ਹੈ। ਇਹ ਅਸਾਂ ਸਿੱਖਣਾ ਸੀ। ਕਾਸ਼ ਅਸੀਂ ਗੁਰਬਾਣੀ ਤੋਂ ਇਹ ਚੀਜ਼ਾਂ ਸਾਰੇ ਸਿੱਖਦੇ। ਮੇਰਾ ਮਤਲਬ ਇਹ ਨਹੀਂ ਕਿ ਅਸੀਂ ਸਾਰਿਆਂ ਨੇ ਸਿੱਖੀਆਂ, ਬਹੁ ਗਿਣਤੀ ਦੀ ਗੱਲ ਹੈ ਕਿ ਅਸੀਂ ਗੁਰਬਾਣੀ ਤੋਂ ਜ਼ਿੰਦਗੀ ਸਿੱਖਦੇ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਂਦੇ, ਤਾਂ ਜਿਹੜਾ ਸੀ ਸਾਡਾ ਜੀਵਨ ਬਦਲਣਾ ਸੀ। ਲੇਕਿਨ ਅਸੀਂ ਟਰਾਈ ਨਹੀਂ ਕੀਤੀ। ਖੈਰ ਦੇਰ ਆਏ ਦਰੁਸਤ ਆਏ, ਜੇ ਹੁਣ ਤੱਕ ਨਹੀਂ ਕੀਤੀ ਤਾਂ ਹੁਣ ਵੀ ਕਰ ਲਈਏ ਤਾਂ ਬੜਾ ਵਧੀਆ ਕੰਮ ਹੈ। ਔਰ ਕੋਈ ਔਖੀ ਗੱਲ ਨਹੀਂ ਹੈਗੀ। ਅਸੀਂ ਬਾਰ-ਬਾਰ ਇਹਨਾਂ ਚੀਜ਼ਾਂ ਨੂੰ ਦੁਹਰਾ ਰਹੇ ਹਾਂ ਕਿ ਜੀਵਨ ਦੇ ਵਿੱਚ ਇਹ ਬੜਾ ਔਖਾ ਹੈ ਜੀ। ਔਖਾ ਨਹੀਂ, ਲੋੜ ਕੰਮ ਕਰਨ ਦੀ ਹੈ। ਸਿਰਫ 6 ਗੱਲਾਂ ਨੇ ਜੋ ਆਪਾਂ ਬਾਰ-ਬਾਰ ਦੁਹਰਾਈਆਂ ਨੇ, ਔਰ ਇਹਨਾਂ ਚੀਜ਼ਾਂ ਨੂੰ ਅਪਣਾਉਣ ਦੀ ਲੋੜ ਹੈ। ਅੱਖਾਂ ਨਾਲ ਵੇਖਣਾ ਕੀ ਹੈ, ਕੰਨਾਂ ਨਾਲ ਸੁਣਨਾ ਕੀ ਹੈ, ਜ਼ਬਾਨ ਨਾਲ ਬੋਲਣਾ ਕੀ ਹੈ, ਹੱਥਾਂ ਨਾਲ ਕਰਨਾ ਕੀ ਹੈ, ਪੈਰਾਂ ਨਾਲ ਤੁਰ ਕੇ ਕਿੱਧਰ ਜਾਣਾ ਹੈ, ਔਰ ਮਨ ਦੇ ਨਾਲ ਸੋਚਣਾ ਕੀ ਹੈ। ਇਹ ਅਸੀਂ ਗੁਰਬਾਣੀ ਤੋਂ ਸਿੱਖਣਾ ਸੀ। ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਫਿਰ ਜੰਮਾਂ ਦੀ ਫਾਹੀ ਕੱਟੀ ਜਾਂਦੀ ਹੈ, ਉਹਨਾਂ ਦੇ ਹਿਰਦੇ ਵਿੱਚ ਰੱਬ ਟਿਕ ਜਾਂਦਾ ਹੈ, ਉਹ ਸਦਾ ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਤਤ ਵਿਚਾਰ ਕਹਿ ਜਨ ਸਾਚਾ। ਹੁਣ ਗੁਰੂ ਜੀ ਕਹਿੰਦੇ ਨੇ ਤਤ ਵਿਚਾਰ, ਜੋ ਤਤ ਵਿਚਾਰਦਾ ਹੈ ਉਹ ਜਨ ਸੱਚਾ ਹੈ। ਸੱਚਾ ਕੌਣ ਹੈ? ਹੁਣ ਵੈਸੇ ਤੇ ਅਸੀਂ ਸਾਰੇ ਸੱਚੇ ਆ। ਮੈਂ ਕਹਿੰਦਾ ਮੈਂ ਸੱਚਾ, ਤੁਸੀਂ ਕਹਿੰਦੇ ਮੈਂ ਸੱਚਾ। ਹਰ ਬੰਦਾ ਆਪਣੇ ਆਪ ਨੂੰ ਸੱਚਾ ਹੀ ਕਹਿੰਦਾ ਨਾ। ਅਸੀਂ ਗੁਰਬਾਣੀ ਦੇ ਤਲ ਤੇ ਪਰਖਣਾ ਹੈ ਕਿ ਸੱਚਾ ਕੌਣ ਹੈ, ਝੂਠਾ ਕੌਣ ਹੈ। ਤਾਂ ਗੁਰੂ ਜੀ ਕਹਿੰਦੇ ਨੇ ਤਤ ਵਿਚਾਰ ਕਹਿ ਜਨ ਸਾਚਾ। ਜੋ ਮਨੁੱਖ ਪਰਮਾਤਮਾ ਦੀ ਸਿਫਤ ਰੂਪ ਸੋਚ ਸੋਚਦਾ ਹੈ, ਉਹ ਸੱਚਮੁੱਚ ਦੇ ਅੰਦਰ ਹੀ ਮਨੁੱਖ ਹੈ, ਉਹ ਸੱਚਾ ਇਨਸਾਨ ਹੈ ਜੋ ਤਤ ਦੀ ਵਿਚਾਰ ਕਰਦਾ ਹੈ। ਜੋ ਤਤ ਵਿਚਾਰ ਕਹਿੰਦਾ ਹੈ ਉਹ ਜਨ ਸੱਚਾ ਹੈ, ਯੂਨੀਵਰਸਲ ਟਰੂਥ ਦੀ ਗੱਲ ਕਰਦਾ ਹੈ, ਸਾਰਿਆਂ ਦੇ ਅੰਦਰ ਇੱਕ ਰੱਬ ਵਸਦਾ, ਇੱਕ ਦੀ ਗੱਲ ਕਰਦਾ ਹੈ, ਜਿਸ ਦੇ ਅੰਦਰ ਮੇਰ ਤੇ ਰਾਧਿਕ ਦੇ ਵਿਤਕਰੇ ਨਹੀਂ ਹਨ, ਉਹ ਸੱਚਾ ਹੈ। ਤਤ ਦੀ ਵਿਚਾਰ, ਯੂਨੀਵਰਸਲ ਟਰੂਥ ਦੀ ਜੋ ਗੱਲ ਕਰਦਾ ਹੈ, ਰੱਬੀ ਹੁਕਮ ਦੀ ਜੋ ਗੱਲ ਕਰਦਾ ਹੈ, ਉਹ ਇਨਸਾਨ ਸੱਚਾ ਹੈ। ਤੇ ਜਿਹੜਾ ਫਿਰ ਸੱਚ ਨਹੀਂ ਕਹਿੰਦਾ, ਜਨਮ ਮਰੈ ਸੋ ਕਾਚੋ ਕਾਚਾ। ਪਰ ਜਿਹੜਾ ਬੰਦਾ ਜੰਮ ਕੇ ਨਿਰਾ ਮਰ ਹੀ ਜਾਂਦਾ ਹੈ, ਜਨਮ ਲਿਆ ਔਰ ਮਰ ਗਿਆ, ਪਰ ਉਹਨੇ ਸੱਚ ਦੀ ਗੱਲ ਨਹੀਂ ਕਹੀ, ਤਾਂ ਉਹ ਬੰਦਾ ਕੱਚਾ ਹੈ, ਉਹ ਕੱਚਾ ਹੀ ਹੈ, ਉਹਦੀ ਜ਼ਿੰਦਗੀ ਵਿਅਰਥ ਗਈ। ਦੇਖੋ ਕਿੰਨੀ ਸੌਖੇ ਤਰੀਕੇ ਨਾਲ ਸਾਨੂੰ ਸਮਝਾ ਦਿੱਤਾ ਹੈ ਕਿ ਅਸੀਂ ਤੱਤ ਦੀ ਗੱਲ ਕਹਿਣੀ ਹੈ। ਜਦੋਂ ਅਸੀਂ ਇਨਸਾਨ ਹਾਂ ਤਾਂ ਇਨਸਾਨਾਂ ਵਾਲੀ ਜ਼ਿੰਦਗੀ ਜੀਣੀ ਹੈ। ਜਿਹੜੀਆਂ 6 ਗੱਲਾਂ ਆਪਾਂ ਸਾਂਝੀਆਂ ਕੀਤੀਆਂ ਨੇ, ਸੱਚ ਨੂੰ ਬੇਸ ਬਣਾ ਕੇ ਜੀਣਾ ਹੈ, ਸੱਚ ਨੂੰ ਆਧਾਰ ਬਣਾ ਕਾਰਜਾਂ ਨੂੰ ਪੂਰੇ ਕਰਨ ਦਾ ਨਾਮ ਹੀ ਧਰਮ ਹੈ। ਤੇ ਜੇ ਅਸੀਂ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਾ ਨਹੀਂ ਕਰ ਰਹੇ, ਜੇ ਮਨ ਵਚਨ ਕਰਮ ਕਰਕੇ ਸੱਚੇ ਨਹੀਂ ਹਾਂ, ਤਾਂ ਫਿਰ ਅਸੀਂ ਅਸਲ ਵਿੱਚ ਸੱਚੇ ਇਨਸਾਨ ਨਹੀਂ ਹਾਂ। ਅਸੀਂ ਇਨਸਾਨ ਹੋਣ ਦਾ ਇੱਕ ਭਰਮ ਪਾਲੀ ਬੈਠੇ ਹਾਂ। ਸਰੀਰ ਸਾਡਾ ਇਨਸਾਨਾਂ ਵਾਲਾ ਹੈ, ਲੇਕਿਨ ਜੇ ਕਰਤੂਤਾਂ ਇਨਸਾਨਾਂ ਵਾਲੀਆਂ ਨਹੀਂ, ਤਾਂ ਫਿਰ ਗੁਰੂ ਜੀ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਸ ਲਈ ਜੰਮਣਾ ਔਰ ਜੀਵਨ ਜੀਣਾ ਤੇ ਮਰ ਜਾਣਾ ਇਹ ਤਾਂ ਪਸ਼ੂ ਵੀ ਕਰ ਰਹੇ ਨੇ। ਇਹ ਤੇ ਨਾਮ ਹੀ ਅਸੀਂ ਕਰਾਂਗੇ ਜਨਮ ਹੋ ਗਿਆ ਹੈ, ਜੀਵਨ ਵੀ ਬੀਤ ਜਾਣਾ ਹੈ, ਮਰ ਵੀ ਜਾਣਾ ਹੈ, ਤਾਂ ਆਟੋਮੈਟਿਕਲੀ ਹੋਈ ਜਾ ਰਿਹਾ ਹੈ। ਪਰ ਜਨਮ ਤੋਂ ਬਾਅਦ ਮਰਨ ਤੱਕ ਜੋ ਸਾਨੂੰ ਸਮਾਂ ਮਿਲਿਆ ਹੈ, ਇਹਦੇ ਵਿੱਚ ਜ਼ਿੰਦਗੀ ਅਸੀਂ ਕਿਵੇਂ ਦੀ ਜੀਵਾਂਗੇ ਔਰ ਇਸ ਦੁਨੀਆ ਨੂੰ ਜਾਂ ਸਮਾਜ ਨੂੰ ਕੀ ਦੇਣ ਦੇ ਕੇ ਜਾਵਾਂਗੇ, ਸਾਡੇ ਜੀਵਨ ਤੋਂ ਕਿਸੇ ਨੂੰ ਕੀ ਸਿੱਖਿਆ ਮਿਲੇਗੀ, ਕੀ ਸਾਡੀ ਦੇਣ ਹੋਏਗੀ ਸਮਾਜ ਨੂੰ, ਕੈਸੀ ਅਸੀਂ ਜ਼ਿੰਦਗੀ ਜੀਵਾਂਗੇ, ਉਹ ਚੀਜ਼ ਨਿਰਣਾ ਕਰੇਗੀ ਕਿ ਅਸੀਂ ਇਨਸਾਨ ਹਾਂ ਜਾਂ ਨਹੀਂ ਹਾਂ। ਇਹ ਕਾਨੂੰਨ ਸਾਰਿਆਂ ਦੇ ਉੱਤੇ ਲਾਗੂ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਤੱਤ ਦੀ ਵਿਚਾਰ ਕਹਿੰਦਾ ਹੈ ਉਹ ਇਨਸਾਨ ਸੱਚਾ ਹੈ, ਪਰ ਜਿਹੜਾ ਤੱਤ ਦੀ ਵਿਚਾਰ ਨਹੀਂ ਕਹਿੰਦਾ, ਜੰਮਦਾ ਹੈ ਔਰ ਅਖੀਰ ਮਰ ਜਾਂਦਾ ਹੈ, ਉਹ ਇਨਸਾਨ ਕੱਚਾ ਹੀ ਹੈ, ਆਪਣੀ ਜ਼ਿੰਦਗੀ ਨੂੰ ਐਵੇਂ ਵਿਅਰਥ ਗਵਾ ਜਾਂਦਾ ਹੈ, ਆਪ ਵੀ ਦੁਖੀ ਤੇ ਲੋਕਾਂ ਨੂੰ ਵੀ ਦੁਖੀ ਕਰਦਾ ਹੈ। ਆਵਾ ਗਮਨ ਮਿਟੈ ਪ੍ਰਭ ਸੇਵ
ਆਵਾਗਮਨ ਦਾ ਮਤਲਬ ਭਟਕਣਾ। ਮਨ ਭਟਕਦਾ ਨਾ, ਕਦੇ ਮਨ ਇੱਥੇ ਆ ਗਿਆ, ਕਦੇ ਚਲਾ ਗਿਆ, ਕਦੇ ਮਨ ਟਿਕ ਗਿਆ, ਕਦੇ ਫਿਰ ਭਟਕ ਗਿਆ, ਕਦੇ ਇੱਕ ਟਿਕਾਣੇ ਤੇ ਕਦੇ ਦੂਜੇ ਟਿਕਾਣੇ ਤੇ। ਆਵਾਗਮਨ ਦਾ ਮਤਲਬ ਆਉਣਾ ਜਾਣਾ, ਭਟਕਣਾ। ਜਿਹੜੀ ਇਹ ਭਟਕਣਾ ਹੈ ਨਾ, ਇਹ ਪ੍ਰਭੂ ਦੀ ਸੇਵਾ ਕੀਤਿਆਂ ਮਿਟਦੀ ਹੈ। ਸੇਵ ਦਾ ਮਤਲਬ ਸੇਵਾ ਕੀਤਿਆਂ, ਸ਼ਰਨ ਵਿੱਚ, ਰਜਾ ਦੇ ਵਿੱਚ ਜੀਵਿਆਂ। ਰੱਬ ਦੀ ਸੇਵਾ ਕੀ ਹੈ? ਰੱਬ ਦੀ ਰਜਾ ਵਿੱਚ ਜੀਣਾ। ਜਦੋਂ ਅਸੀਂ ਰੱਬ ਦੀ ਰਜਾ ਮੁਤਾਬਕ ਜ਼ਿੰਦਗੀ ਜੀਂਦੇ ਹਾਂ ਤਾਂ ਉਦੋਂ ਆਵਾਗਮਨ ਮਿਟ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ। ਉਦੋਂ ਮਨੁੱਖ ਭਟਕਦਾ ਨਹੀਂ ਹੈ। ਇਸ ਮਨ ਮੰਦਰ ਮਹਿ ਮਨੁਆ ਧਾਵੈ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੈ। ਪਰ ਜਦੋਂ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਹੈ, ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਜਦੋਂ ਪਰਮੇਸ਼ਰ ਨੇ ਇਸ ਮਨ ਨੂੰ ਬੰਨਾ ਦੇ ਦਿੱਤਾ, ਯਾਨੀ ਰੋਕ ਲਗਾ ਦਿੱਤੀ ਦੌੜਨ ਤੋਂ, ਤਾਂ ਜਿਹੜਾ ਦੁੱਖਾਂ ਦਾ ਡੇਰਾ ਅੰਦਰ ਸੀ ਉਹ ਭੱਜ ਗਿਆ। ਤਾਂ ਜਿਹੜੀ ਭਟਕਣਾ ਹੈ ਉਹ ਰੱਬੀ ਰਜਾ ਦੇ ਅੰਦਰ ਤੁਰਿਆ ਮਿਟਦੀ ਹੈ। ਤਾਂ ਜੇ ਸਾਡੀ ਜ਼ਿੰਦਗੀ ਵਿੱਚ ਕਿਤੇ ਭਟਕਣਾ ਹੈ, ਕਨਫਿਊਜ਼ਨ ਹੈ, ਕਿਤੇ ਦੁੱਖ ਹੈ, ਢਹਿੰਦੀ ਕਲਾ ਹੈ ਜਾਂ ਅਸ਼ਾਂਤੀ ਹੈ, ਤਾਂ ਸਾਨੂੰ ਰੱਬ ਦੀ ਰਜਾ ਮੁਤਾਬਕ ਜ਼ਿੰਦਗੀ ਜੀਣ ਦੀ ਟਰਾਈ ਕਰਨੀ ਚਾਹੀਦੀ ਹੈ। ਆਪ ਤਿਆਗ ਸਰਨ ਗੁਰਦੇਵ। ਹੁਣ ਇਹ ਰੱਬ ਦੀ ਰਜਾ ਦੀ ਸਮਝ ਕਿਵੇਂ ਆਏਗੀ? ਇਸ ਲਈ ਕਹਿੰਦੇ ਨੇ ਆਪ ਛੱਡ ਕੇ, ਆਪਣਾ ਆਪਾ ਛੱਡ ਕੇ। ਆਪ ਤਿਆਗ, ਆਪਾ ਭਾਵ ਛੱਡ ਕੇ। ਆਪਾ ਭਾਵ ਦਾ ਮਤਲਬ ਸੌਖੇ ਸ਼ਬਦਾਂ ਸਮਝਣਾ ਹੋਵੇ ਤਾਂ ਆਪਣੇ ਮਨ ਦੀ ਮੱਤ ਛੱਡ ਕੇ ਸਰਨ ਗੁਰਦੇਵ, ਗੁਰੂ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ। ਆਪਣਾ ਆਪਾ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ। ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਣੀ ਚਾਹੀਦੀ ਹੈ। ਗਿਆਨ ਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ। ਅਗਿਆਨਤਾ ਵਾਲਾ, ਬੇਸਮਝੀ ਵਾਲਾ ਜੀਵਨ ਛੱਡ ਦੇਣਾ ਚਾਹੀਦਾ ਹੈ। ਔਰ ਜੇ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਨਾ, ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ ਚਾਹੀਦਾ ਹੈ। ਜੋ ਵੇ ਆਫ ਲਾਈਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਰਹੇ ਨੇ, ਇਸ ਵੇ ਆਫ ਲਾਈਫ ਨੂੰ ਅਪਣਾ ਲੈਣਾ ਚਾਹੀਦਾ ਹੈ। ਫਿਰ ਸਾਡੀ ਭਟਕਣਾ ਮਿਟ ਜਾਏਗੀ, ਦੁੱਖ ਮਿਟ ਜਾਣਗੇ, ਅਸ਼ਾਂਤੀ ਮਿਟ ਜਾਏਗੀ। ਪਰ ਇਹ ਗੱਲਾਂ ਸਾਨੂੰ ਸਮਝ ਤਾਂ ਆ ਜਾਂਦੀਆਂ ਨੇ ਸਾਰੀਆਂ, ਕਿਉਂਕਿ ਔਖੀਆਂ ਨਹੀਂ ਨਾ। ਸਿੰਪਲ ਲੈਂਗੁਏਜ ਹੈ। ਸਿੰਪਲ ਲੈਂਗੁਏਜ ਵਿੱਚ ਅਸੀਂ ਸਾਰੇ ਭੈਣ ਭਰਾ ਸਮਝ ਰਹੇ ਹਾਂ। ਮੈਨੂੰ ਵੀ ਸਮਝ ਆ ਰਿਹਾ, ਤੁਹਾਨੂੰ ਵੀ ਸਮਝ ਆ ਰਿਹਾ। ਜੇ ਸਮਝ ਨਾ ਆਉਂਦੀ ਜਾਂ ਇਹ ਵਿਚਾਰ ਚੰਗੇ ਨਾ ਲੱਗਦੇ ਤਾਂ ਤੁਸੀਂ ਹੁਣ ਤੱਕ ਕਲਾਸ ਛੱਡ ਜਾਣੀ ਸੀ, ਤਾਂ ਨਹੀਂ ਛੱਡੀ। ਇਟ ਮੀਨਸ ਇਹਨਾਂ ਵਿਚਾਰਾਂ ਨਾਲ ਸਹਿਮਤੀ ਹੈ, ਇਹਨਾਂ ਵਿਚਾਰਾਂ ਦੇ ਨਾਲ ਸਾਨੂੰ ਖੁਸ਼ੀ ਮਿਲਦੀ ਹੈ, ਤਾਂ ਸਮਝ ਸਾਨੂੰ ਸਾਰਿਆਂ ਨੂੰ ਆ ਜਾਂਦੀ ਹੈ, ਮੈਨੂੰ ਵੀ, ਤੁਹਾਨੂੰ ਵੀ। ਹੁਣ ਅਗਲੀ ਗੱਲ ਹੈ ਕਿ ਜਿਹੜੀ ਇਹਨਾਂ ਵਿਚਾਰਾਂ ਨੂੰ ਅਪਣਾਉਣ ਦੇ ਨਾਲ ਪ੍ਰਾਪਤੀ ਹੋਣੀ ਹੈ, ਉਹ ਉਹਨਾਂ ਨੂੰ ਹੋਏਗੀ ਜਿਹੜੇ ਇਹਨਾਂ ਵਿਚਾਰਾਂ ਤੇ ਅਮਲ ਕਰਨਗੇ। ਜੇ ਮੈਂ ਅਮਲ ਕਰ ਲਵਾਂਗਾ ਤਾਂ ਮੈਨੂੰ ਸ਼ਾਂਤੀ ਮਿਲ ਜਾਏਗੀ, ਜੇ ਤੁਸੀਂ ਕਰ ਲੋਗੇ ਤੁਹਾਨੂੰ ਮਿਲ ਜਾਏਗੀ। ਮੇਰੇ ਪਰਿਵਾਰ ਦੇ ਜੀਅ ਨੇ, ਜੇ ਉਹਨਾਂ ਦੇ ਵਿੱਚੋਂ ਕੋਈ ਇਹਨਾਂ ਨੂੰ ਅਮਲ ਕਰ ਲਏਗਾ ਤੇ ਉਹਨੂੰ ਸ਼ਾਂਤੀ ਮਿਲ ਜਾਏਗੀ, ਜੇ ਨਹੀਂ ਕਰੇਗਾ ਤੇ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਕਥਾਵਾਚਕ ਹਾਂ ਤਾਂ ਮੇਰਾ ਪਰਿਵਾਰ ਸਾਰਾ ਸ਼ਾਂਤ ਹੋ ਜਾਏਗਾ, ਐਵੇਂ ਨਹੀਂ। ਇਹ ਤਾਂ ਜਿਹੜਾ ਅਪਣਾਏਗਾ ਉਹਨੂੰ ਹੈ। ਤੇ ਇਹ ਨਹੀਂ ਕਿ ਜੇ ਮੈਂ ਕਥਾਵਾਚਕ ਹਾਂ ਤੇ ਮੈਂ ਕਥਾ ਕਰਕੇ ਹੀ ਸ਼ਾਂਤ ਹੋ ਜਾਵਾਂਗਾ ਨਾ। ਜੇ ਅਮਲ ਕਰਾਂਗਾ ਤੇ ਤਾਂ, ਜੇ ਅਮਲ ਨਹੀਂ ਫਿਰ ਨਹੀਂ। ਤਾਂ ਇਹਨੂੰ ਕਹਿੰਦੇ ਨੇ ਆਪ ਤਿਆਗ ਸ਼ਰਨ ਗੁਰਦੇਵ। ਆਪਣੇ ਮਨ ਦੀ ਮੱਤ ਛੱਡ ਕੇ, ਈਗੋ ਹੰਕਾਰ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਜ਼ਿੰਦਗੀ ਬਿਤਾਉਣ ਦੇ ਨਾਲ ਸਾਡਾ ਭਟਕਦਾ ਹੋਇਆ ਜਿਹੜਾ ਮਨ ਹੈ ਉਹ ਟਿਕ ਜਾਂਦਾ ਹੈ, ਉਹਦੀ ਭਟਕਣਾ ਮੁੱਕ ਜਾਂਦੀ ਹੈ। ਇਉਂ ਰਤਨ ਜਨਮ ਕਾ ਹੋਏ ਉਧਾਰ। ਰਤਨ ਜਨਮ ਕੀਮਤੀ ਜਨਮ, ਉਧਾਰ ਹੋ ਜਾਂਦਾ ਹੈ ਇਹਦਾ। ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਦਾ ਉਧਾਰ ਹੋ ਜਾਂਦਾ ਹੈ, ਪਾਰ ਉਤਾਰਾ ਹੋ ਜਾਂਦਾ ਹੈ, ਯਾਨੀ ਇਹ ਜੀਵਨ ਸਫਲ ਹੋ ਜਾਂਦਾ ਹੈ। ਹੁਣ ਦੇਖੋ ਪਾਰ ਕੀ ਹੈ, ਪਾਰ ਲੰਘਣਾ ਕੀ ਹੈ। ਨਦੀ ਦੇ ਦੋ ਕਿਨਾਰੇ ਨੇ, ਤੁਸੀਂ ਪੁਲ ਦੇ ਵਿਚਕਾਰ ਖਲੋਤੇ ਹੋ। ਇੱਕ ਬੰਦਾ ਸੱਜੇ ਪਾਸੇ ਖਲੋਤਾ ਹੈ, ਸੱਜੇ ਕਿਨਾਰੇ ਤੇ, ਇੱਕ ਬੰਦਾ ਖੱਬੇ ਕਿਨਾਰੇ ਤੇ ਖਲੋਤਾ ਹੈ। ਹੁਣ ਉਹਨਾਂ ਵਾਸਤੇ ਪਾਰ ਕਿਹੜਾ ਹੈ? ਜਿਹੜਾ ਖੱਬੇ ਕਿਨਾਰੇ ਤੇ ਖਲੋਤਾ ਹੈ ਉਹਦੇ ਵਾਸਤੇ ਪਾਰ ਤੇ ਹੈ ਸੱਜੇ ਕਿਨਾਰੇ ਤੇ ਚਲੇ ਜਾਣਾ, ਤੇ ਜਿਹੜਾ ਸੱਜੇ ਹੱਥ ਤੁਹਾਡੇ ਖਲੋਤਾ ਹੈ ਉਹਦੇ ਵਾਸਤੇ ਪਾਰ ਹੋਏਗਾ ਖੱਬੇ ਕਿਨਾਰੇ ਵੱਲ ਆ ਜਾਣਾ। ਤਾਂ ਇਹਦਾ ਮਤਲਬ ਇਹ ਹੈ ਕਿ ਪਾਰ ਕੀ ਹੈ, ਜਿਹਨੂੰ ਤੁਸੀਂ ਜ਼ਿੰਦਗੀ ਦਾ ਏਮ ਸਮਝਦੇ ਹੋ। ਤਾਂ ਜੀਵਨ ਦਾ ਗੋਲ ਕੀ ਹੈ?
ਹੁਕਮ ਰਜ਼ਾਈ ਚੱਲਣਾ ਇਹ ਜੀਵਨ ਦਾ ਗੋਲ ਹੈ। ਤੇ ਇਹਦਾ ਮਤਲਬ ਵੀ ਜੇ ਅਸੀਂ ਹੁਕਮ ਰਜ਼ਾ ਵਿੱਚ ਨਹੀਂ ਚੱਲਦੇ ਤੇ ਅਸੀਂ ਡੁੱਬ ਰਹੇ ਹਾਂ ਵਿਕਾਰਾਂ ਵਿੱਚ ਜਾਂ ਮਨਮਤਾਂ ਵਿੱਚ ਜਾਂ ਜਿੱਥੇ ਵੀ। ਤੇ ਪਾਰ ਹੋਣ ਦਾ ਮਤਲਬ ਇਹ ਹੈ ਕਿ ਅਸੀਂ ਹੁਕਮ ਰਜ਼ਾਈ ਵਾਲੀ ਜ਼ਿੰਦਗੀ ਜੀਣੀ ਹੈ, ਰਜ਼ਾ ਦੇ ਅੰਦਰ ਜੀਵਨ ਜੀਣਾ ਹੈ, ਗੁਣਾ ਵਾਲਾ ਜੀਵਨ ਜੀਣਾ ਹੈ। ਇਹਦਾ ਮਤਲਬ ਸਾਡੇ ਵਾਸਤੇ ਪਾਰ ਕੀ ਹੈ? ਗੁਣਾ ਵਾਲੀ ਜ਼ਿੰਦਗੀ ਜੀਣੀ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ, ਜੀਵਨ ਸਫਲ ਹੋ ਜਾਏਗਾ। ਇਸ ਤਰ੍ਹਾਂ ਜਿਹੜਾ ਜੀਵਨ ਹੈ ਨਾ, ਆਪ ਤਿਆਗ ਸਰਨ ਗੁਰਦੇਵ, ਜਦੋਂ ਮਨ ਭਟਕਣ ਤੋਂ ਹਟ ਜਾਏਗਾ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪਵਾਂਗੇ, ਤਾਂ ਇਹ ਜਿਹੜਾ ਬੜਾ ਕੀਮਤੀ ਮਨੁੱਖੀ ਜੀਵਨ ਹੈ ਇਹਦਾ ਉਦਮ ਹੋ ਜਾਏਗਾ, ਸਫਲ ਹੋ ਜਾਏਗਾ। ਵਾਸਤਵ ਦੇ ਵਿੱਚ ਬੜਾ ਕੀਮਤੀ ਜੀਵਨ ਹੈ ਜਿਹਨੂੰ ਅਸੀਂ ਸਸਤਾ ਜਿਹਾ ਬਣਾ ਦਿੱਤਾ ਹੈ, ਕਾਮ ਕ੍ਰੋਧ ਦੇ ਵਿੱਚ ਰੋਲ ਦਿੱਤਾ ਹੈ, ਈਰਖਾ ਦਵੇਸ਼ ਵਿੱਚ ਰੋਲ ਦਿੱਤਾ ਹੈ। ਇਹ ਹੀਰੇ ਵਰਗਾ ਜਨਮ ਸੀ, ਸਤ ਸੰਤੋਖ ਦਇਆ ਧਰਮ ਇਹਨਾਂ ਗੁਣਾਂ ਨੂੰ ਅਪਣਾ ਕੇ ਕੀਮਤੀ ਹੋ ਸਕਦਾ ਸੀ। ਔਰ ਰਤਨ ਜਨਮ ਕਾ ਹੋਏ ਉਧਾਰ ਕਿਵੇਂ ਹੋਏਗਾ? ਹਰ ਹਰ ਸਿਮਰ ਪ੍ਰਾਨ ਆਧਾਰ। ਤੇਰੇ ਰਤਨ ਜਨਮ ਦਾ ਉਧਾਰ ਹੋ ਸਕਦਾ ਹੈ। ਤੇਰਾ ਇਹ ਜੀਵਨ ਬੜਾ ਮਹਾਨ ਹੈ, ਕੀਮਤੀ ਹੋ ਸਕਦਾ ਹੈ, ਤੇਰਾ ਇਹ ਜੀਵਨ ਸਫਲ ਹੋ ਸਕਦਾ ਹੈ, ਤੂੰ ਦੁਨੀਆ ਨੂੰ ਬਹੁਤ ਵੱਡੀ ਦੇਣ ਦੇ ਸਕਦਾ ਹੈ। ਰੱਬ ਨੂੰ ਯਾਦ ਰੱਖ, ਹਰ ਹਰ ਸਿਮਰ, ਯਾਦ ਰੱਖ, ਪ੍ਰਾਣ ਆਧਾਰ, ਰੱਬ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ, ਆਪਣੀ ਜ਼ਿੰਦਗੀ ਦਾ ਆਧਾਰ ਬਣਾ। ਇਹ ਚੀਜ਼ ਨੂੰ ਯਾਦ ਰੱਖ, ਰੱਬੀ ਗੁਣਾਂ ਨੂੰ ਯਾਦ ਰੱਖ ਔਰ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਦੇਖੋ, ਆਧਾਰ ਬਣਾਉਣਾ ਹੋਰ ਗੱਲ ਹੈ, ਗੁਣਾਂ ਦੀ ਗੱਲ ਕਰਨੀ ਹੋਰ ਗੱਲ ਹੈ। ਅਸੀਂ ਕਹਿ ਰਹੇ ਹਾਂ ਸੱਚ ਬੋਲੋ, ਪਿਆਰ ਦੇ ਨਾਲ ਰਹੋ, ਈਰਖਾ ਨਾ ਕਰੋ ਜਾਂ ਜੋ ਕੁਛ, ਪਰ ਆਪ ਜ਼ਿੰਦਗੀ ਐਸੀ ਨਹੀਂ ਜੀ ਰਹੇ ਤਾਂ ਇਹਦਾ ਮਤਲਬ ਸਾਡੇ ਜੀਵਨ ਦਾ ਆਧਾਰ ਗੁਣ ਨਹੀਂ ਹਨ। ਸਾਡੇ ਜੀਵਨ ਦਾ ਆਧਾਰ ਕਿਸੇ ਦਾ ਗੁੱਸਾ ਹੈ, ਕਿਸੇ ਦਾ ਲੋਭ ਕ੍ਰੋਧ ਹੈ, ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਬੇਸ ਬਣਾਓ। ਆਪਣੀ ਸੋਚ ਦੀ ਉਸਾਰੀ ਗੁਣਾਂ ਤੇ ਕਰੋ, ਪਰਉਪਕਾਰ ਤੇ ਕਰੋ, ਸੱਚ ਤੇ ਕਰੋ। ਅਨੇਕ ਉਪਾਵ ਨਾ ਛੂਟਣ ਹਾਰੇ। ਹੁਣ ਗੁਰੂ ਜੀ ਕਹਿੰਦੇ ਨੇ ਜੇ ਤੁਸੀਂ ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਜੇ ਕੋਈ ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਗੁਰੂ ਦੀ ਮੱਤ ਦਾ ਧਾਰਨੀ ਨਹੀਂ ਹੁੰਦਾ, ਆਪ ਤਿਆਗ ਸ਼ਰਨ ਗੁਰਦੇਵ ਵਾਲੀ ਜ਼ਿੰਦਗੀ ਨਹੀਂ ਜੀਂਦਾ, ਜੇ ਦੌੜਦੇ ਹੋਏ ਮਨ ਨੂੰ ਨਹੀਂ ਰੋਕਦਾ, ਤਾਂ ਹੋਰ ਕਰਮ ਕਰਦਾ ਹੈ, ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਗੁਣਾਂ ਦਾ ਧਾਰਨੀ ਨਹੀਂ ਹੁੰਦਾ, ਲੇਕਿਨ ਆਪਣੇ ਆਪ ਨੂੰ ਦੁੱਖਾਂ ਤੋਂ ਬਚਾਉਣਾ ਚਾਹੁੰਦਾ ਹੈ ਔਰ ਦੁੱਖਾਂ ਤੋਂ ਬਚਾਉਣ ਵਾਸਤੇ ਹੋਰ ਬੜੇ ਵਸੀਲੇ ਕਰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਹੋਰ ਕਿਸੇ ਵੀ ਵਸੀਲੇ ਦੇ ਨਾਲ ਤੁਸੀਂ ਇਹਨਾਂ ਦੁੱਖਾਂ ਤੋਂ ਨਹੀਂ ਛੁੱਟ ਸਕਦੇ। ਅਨੇਕ ਉਪਾਵ ਨਾ ਛੂਟਣ ਹਾਰੇ, ਅਨੇਕ ਹੀਲੇ ਵਸੀਲੇ ਕੀਤਿਆਂ ਵੀ ਇਹਨਾਂ ਦੁੱਖਾਂ ਵਿਕਾਰਾਂ ਤੋਂ ਚਿੰਤਾਵਾਂ ਤੋਂ ਨਹੀਂ ਬਚ ਸਕਦੇ। ਚਾਹੇ ਤੀਰਥਾਂ ਤੇ ਨਹਾਓ, ਵਰਤ ਨਰਾਤੇ ਸਰਾਧ ਕਰੋ, ਮੜੀਆਂ ਕਬਰਾਂ ਪੂਜੋ, ਜਪ ਤਪ ਸੰਜਮ ਕਰੋ, ਮਾਲਾ ਫੇਰੋ, ਸਮਾਧੀਆਂ ਲਾਓ, ਪਹਾੜਾਂ ਤੇ ਚੜ ਜਾਓ, ਗੁਫਾਵਾਂ ਦੇ ਵਿੱਚ ਵੜ ਜਾਓ, ਦਾਨ ਪੁੰਨ ਕਰਦੇ ਫਿਰੋ, ਜਿੰਨੇ ਮਰਜ਼ੀ ਉਪਾਅ ਕਰ ਲਓ, ਪਰ ਜੇ ਰੱਬ ਦੀ ਰਜ਼ਾ ਵਿੱਚ ਨਹੀਂ ਤੁਰਦੇ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਤਾਂ ਇਹਨਾਂ ਉਪਾਵਾਂ ਦੇ ਨਾਲ ਵਿਕਾਰਾਂ ਤੋਂ ਨਹੀਂ ਬਚਿਆ ਜਾਣਾ। ਅਨੇਕ ਉਪਾਵ ਨਾ ਛੂਟਣ ਹਾਰੇ, ਸਿਮਰਿਤ ਸ਼ਾਸਤ ਵੇਦ ਵਿਚਾਰੇ। ਸਿਮਰਤੀਆਂ, ਸ਼ਾਸਤਰ, ਵੇਦ ਆਦਿਕ ਵਿਚਾਰਿਆਂ ਵੀ ਇਹਨਾਂ ਚਿੰਤਾਵਾਂ ਤੋਂ ਮੁਕਤ ਨਹੀਂ ਹੋ ਸਕਦੇ, ਕਿਉਂਕਿ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ ਖਰਚ ਚੰਦਨ ਜਸਵਾਰਾ। ਵਿਚਾਰ ਕਰਦੇ ਰਹੋ, ਪਰ ਉਸ ਵਿਚਾਰ ਨੂੰ ਇੰਪਲੀਮੈਂਟ ਨਾ ਕਰੋ ਤਾਂ ਗੱਲ ਨਹੀਂ ਨਾ ਬਣਨੀ। ਵਿਚਾਰ ਕਰਦੇ ਰਹੋ ਕਿ ਅੱਜ ਸਵੇਰੇ ਪਨੀਰ ਦੇ ਪਰੌਂਠੇ ਬਣਾਣੇ ਨੇ, ਪਨੀਰ ਦੇ ਪਰੌਂਠਿਆਂ 'ਚ ਥੋੜਾ ਜਿਹਾ ਅਦਰਕ ਵੀ ਪਾਣਾ, ਬਿਲਕੁਲ ਬਰੀਕ ਜਿਹਾ ਕੱਟ ਕੇ, ਤੇ ਨਾਲ ਥੋੜੇ ਜਿਹੇ ਦਹੀਂ ਭੱਲੇ ਵੀ ਬਣ ਜਾਣਗੇ ਸਵੇਰੇ ਨਾਸ਼ਤੇ ਵਿੱਚ, ਤੇ ਥੋੜਾ ਜਿਹਾ ਤਾਜ਼ਾ ਮੱਖਣ ਵੀ ਲੱਸੀ ਦੇ ਵਿੱਚ ਪਾ ਕੇ, ਦੁੱਧ ਉਬਾਲ ਕੇ, ਲਾਚੀਆਂ ਕਾਜੂ ਪਾ ਕੇ, ਤੇ ਵਿੱਚ 2 ਜਲੇਬੀਆਂ ਵੀ ਪਾਣੀਆਂ ਨੇ, ਨਾਸ਼ਤਾ ਕਰਨਾ ਹੈ। ਇਹ ਵਿਚਾਰ ਕਰਦੇ ਰਹੋ, ਵਿਚਾਰ ਕਰੀ ਜਾਓ, ਤੇ ਕੀ ਨਾਸ਼ਤਾ ਹੋ ਜਾਏਗਾ ਜਦੋਂ ਤੱਕ ਬਣਾਓਗੇ ਨਾ। ਬਣਾਉਣ ਨਾਲ ਤੇ ਕੁਛ ਨਹੀਂ ਨਾ ਹੋਣਾ, ਬਣਾਉਣ ਨਾਲ ਹੋਣਾ ਹੈ ਨਾ, ਵਿਚਾਰ ਕੀਤਿਆਂ ਤੇ ਕੁਛ ਨਹੀਂ ਹੋਣਾ। ਇੱਕ ਬੰਦਾ ਕਹਿ ਰਿਹਾ ਸੀ ਯਾਰ ਜੀ ਕਰਦਾ ਵੀ ਕਹਿ ਦਾ ਛੰਨਾ ਹੋਵੇ, ਦੁੱਧ ਬਾਲਿਆ ਹੋਏ, ਕਿਲੋ ਦੁੱਧ ਬਾਲ ਕੇ ਨਾ
ਉਬਲ ਉਬਲ ਕੇ ਅੱਧਾ ਰਹਿ ਜਾਏ, ਵਿੱਚ ਅਦਰਕ ਉਹ ਵਿੱਚ ਪਾਇਆ ਹੋਏ, ਕਾਜੂ ਪਾਏ ਹੋਣ, ਬਦਾਮ ਪਾਏ ਹੋਣ, ਕਿਸਮਿਸ ਪਾਏ ਹੋਣ ਵਿੱਚ, ਔਰ ਉਹਦੇ ਵਿੱਚ ਫਿਰ ਐਨ ਦੇਸੀ ਘਿਓ ਦੀਆਂ ਜਲੇਬੀਆਂ ਪਾ ਕੇ ਤੇ ਫਿਰ ਇੰਜ ਉਂਗਲੀ ਘੁਮਾ ਘੁਮਾ ਕੇ ਤੇ ਫਿਰ ਪੀਵੇ। ਆਂਦਾ ਪੱਲੇ ਕੁਛ ਹੈ, ਆਂਦਾ ਪੱਲੇ ਤੇ ਉਂਗਲੀ ਹੈ ਬਸ, ਉਂਗਲੀ ਨਾ ਛੰਨਾ ਹੈ, ਨਾ ਦੁੱਧ ਨਾ ਕੁਛ, ਹੁਣ ਉਂਗਲੀ ਪੱਲੇ ਹੋਇਆ ਤੇ ਨਹੀਂ ਨਾ ਉਹ ਗੱਲ ਬਣਨ ਲੱਗੀ। ਤਾਂ ਵਿਚਾਰਨ ਨਾਲ ਕੁਛ ਨਹੀਂ ਹੋਣਾ, ਉਸ ਵਿਚਾਰ ਤੇ ਅਮਲ ਕਰਨਾ ਪਵੇਗਾ। ਅਨੇਕ ਉਪਾਵ ਨਾ ਛੂਟਣ ਹਾਰੇ, ਜਿੰਨੇ ਮਰਜ਼ੀ ਉਪਾਵਾਂ ਦੇ ਵਿਚਾਰ ਕਰੀ ਜਾਓ, ਨਹਾਈ ਜਾਓ ਤੀਰਥਾਂ ਤੇ, ਲਾਈ ਜਾਓ ਟੁਬਕੀਆਂ, ਪਰ ਜੇ ਅੰਦਰਲੀ ਸੋਚ ਨਹੀਂ ਬਦਲੀ। ਸਿਮਰਤ ਸ਼ਾਸਤ ਵੇਦ ਵਿਚਾਰੇ, ਸਿਮਰਤੀਆਂ ਸ਼ਾਸਤਰ ਵੇਦਾਂ ਦੀ ਵਿਚਾਰ ਕੀਤਿਆਂ ਵੀ ਜੇ ਰੱਬ ਦੀ ਰਜ਼ਾ ਮੁਤਾਬਕ ਨਹੀਂ ਤੁਰਦੇ ਤਾਂ ਪਾਰ ਉਤਾਰਾ ਨਹੀਂ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਹਰ ਕੀ ਭਗਤ ਕਰੋ ਮਨ ਲਾਏ। ਮਨ ਲਾ ਕੇ ਰੱਬ ਦੀ ਭਗਤੀ ਕਰੋ। ਤੇ ਰੱਬ ਦੀ ਭਗਤੀ ਦਾ ਮਤਲਬ ਇਹ ਨਹੀਂ ਮਾਲਾ ਫੇਰੋ, ਕਿਉਂਕਿ ਇਹਨਾਂ ਚੀਜ਼ਾਂ ਨੂੰ ਭਗਤੀ ਮੰਨਿਆ ਹੀ ਨਹੀਂ ਗੁਰਮਤਿ ਨੇ। ਗੁਰਬਾਣੀ ਦੀ ਜੋ ਭਗਤੀ ਹੈ ਉਹ ਗੁਣਾਂ ਦੀ ਹੈ, ਰਜ਼ਾ ਦੇ ਵਿੱਚ ਤੁਰਨੀ ਹੈ, ਹੁਕਮ ਰਜ਼ਾਈ ਚੱਲਣਾ, ਇਹ ਭਗਤੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਹਰ ਕੀ ਭਗਤ ਕਰੋ ਦਾ ਮਤਲਬ ਰੱਬ ਦੀ ਰਜ਼ਾ ਦੇ ਵਿੱਚ ਤੁਰੋ, ਮਨ ਲਾ ਕੇ, ਪ੍ਰੀਤ ਦੇ ਨਾਲ। ਮਨ ਵੰਸ਼ਤ ਨਾਨਕ ਫਲ ਪਾਏ, ਫਿਰ ਜਿਹੜੇ ਮਨ ਇੱਛਿਤ ਫਲ ਨੇ ਉਹ ਮਿਲ ਜਾਣਗੇ। ਫਿਰ ਜੋ ਚਾਹੁੰਦੇ ਹੋ ਮਿਲ ਜਾਏਗਾ ਜੇ ਰੱਬ ਦੀ ਰਜ਼ਾ ਦੇ ਵਿੱਚ ਤੁਰੋਗੇ, ਰਜ਼ਾ ਤੋਂ ਬਿਨਾਂ ਨਹੀਂ। ਰਜ਼ਾ ਭਾਣਾ, ਇਹਦਾ ਮਤਲਬ ਸਿਸਟਮ। ਜੇ ਮਕਾਨ ਚਾਹੁੰਦੇ ਹੋ, ਕੋਈ ਮਕਾਨ ਬਣੇ, ਤਾਂ ਰੱਬ ਦੀ ਰਜ਼ਾ ਵਿੱਚ ਤੁਰੋ। ਰਜ਼ਾ ਦਾ ਮਤਲਬ ਸਿਸਟਮ। ਮਕਾਨ ਵਾਸਤੇ ਜੋ ਰਿਕੁਆਇਰਮੈਂਟ ਹੈ ਉਹ ਪੂਰੀ ਕਰੋ, ਪਲਾਟ ਖਰੀਦੋ, ਇੱਟਾਂ ਗਾਰੇ ਲਿਆਓ, ਕਿਸੇ ਮਿਸਤਰੀ ਨੂੰ ਠੇਕਾ ਦਿਓ ਜਾਂ ਦਿਹਾੜੀਆਂ ਤੇ ਕੰਮ ਕਰਾਓ ਤੇ ਮਕਾਨ ਬਣਾ ਲਓ, ਬਣ ਜਾਏਗਾ। ਤੇ ਜੇ ਰੱਬ ਦੀ ਰਜ਼ਾ ਵਿੱਚ ਨਾ ਤੁਰੋ ਤੇ ਤੀਰਥਾਂ ਤੇ ਜਾਓ ਕਿ ਮੈਂ ਤੀਰਥਾਂ ਤੇ ਨਹਾਉਣਾ ਤੇ ਆਉਂਦਿਆਂ ਨੂੰ ਮੇਰਾ ਮਕਾਨ ਬਣ ਜਾਏ, ਜਾਂ ਪੀਰ ਤੇ ਮੈਂ ਕਾਲੇ ਛੋਲੇ ਚੜਾਉਣਾ ਤੇ ਕਾਲੇ ਛੋਲੇ ਚੜਾ ਕੇ ਆਵਾਂ ਤੇ ਆਉਂਦਿਆਂ ਨੂੰ ਮਕਾਨ ਬਣਿਆ ਹੋਏ, ਐਵੇਂ ਨਹੀਂ ਨਾ, ਕਦੇ ਵੀ ਨਹੀਂ ਹੋਣਾ, ਹੋਣਾ ਹੀ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ, ਸਾਰੇ ਹੀਲੇ ਵਸੀਲੇ ਛੱਡ ਕੇ ਰੱਬ ਦੀ ਰਜ਼ਾ ਦੇ ਵਿੱਚ ਜਦੋਂ ਤੁਰੋਗੇ ਤਾਂ ਮਨ ਵੰਸ਼ਿਤ ਫਲ ਮਿਲ ਜਾਣਗੇ। ਇਸ ਲਈ ਹਰ ਕੀ ਭਗਤ ਕਰੋ ਮਨ ਲਾਏ। ਮਨ ਲਾ ਕੇ ਦਿਲੀ ਪਿਆਰ ਦੇ ਨਾਲ ਰੱਬ ਦੇ ਹੁਕਮ ਨੂੰ ਮੰਨੋ ਭਾਈ। ਜੇ ਸੌਖੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਦਿਲੀ ਪਿਆਰ ਦੇ ਨਾਲ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ ਉਹਦੇ ਮੁਤਾਬਕ ਜ਼ਿੰਦਗੀ ਜੀਓ, ਪਿਆਰ ਨਾਲ, ਦਿਲੀ ਪਿਆਰ ਨਾਲ ਆਪਣਾ ਆਪਾ ਸਮਰਪਿਤ ਕਰ ਦਿਓ। ਜਿਹੜੇ 6 ਕੰਮ ਗੁਰਬਾਣੀ ਕਹਿੰਦੀ ਉਹ 6 ਕੰਮ ਕਰੋ, ਪਿਆਰ ਨਾਲ ਕਰੋ, ਫਿਰ ਸਾਰੇ ਸੁੱਖ ਮਿਲ ਜਾਣਗੇ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਸ਼ਾਂਤੀ ਮਿਲ ਜਾਏਗੀ, ਫਿਰ ਜੀਵਨ ਸਫਲ ਹੋ ਜਾਏਗਾ। ਅਗਲਾ ਬਚਨ ਕਰਦੇ ਨੇ, ਸੰਗ ਨਾ ਚਾਲਸ ਤੇਰੇ ਧਨਾ। ਸੰਗ ਨਾ ਚਾਲਸ ਤੇਰੇ ਧਨਾ, ਹੇ ਮਨ, ਧਨ ਤੇਰੇ ਨਾਲ ਨਹੀਂ ਚੱਲੇਗਾ। ਹੁਣ ਇਹਦਾ ਮਤਲਬ ਇਹ ਨਹੀਂ ਵੀ ਧਨ ਨਾਲ ਨਹੀਂ ਚੱਲਣਾ ਤੇ ਧਨ ਕਿਰੇ ਮੋਹਰ ਸਿੰਘ ਨੂੰ ਦੇ ਦਿਓ, ਸਾਰਾ ਕਿਹੜਾ ਸਾਡੇ ਨਾਲ ਚੱਲਣਾ, ਤੇ ਨਾਲ ਤੇ ਮੋਹਰ ਸਿੰਘ ਨੇ ਨਹੀਂ ਨਾ ਜਾਣਾ। ਧਨ ਨਾਲ ਚੱਲਣ ਦਾ ਮਤਲਬ, ਜੇ ਨਹੀਂ ਨਾਲ ਚੱਲਣਾ ਤੇ ਇਹਦਾ ਮਤਲਬ ਇਹ ਨਹੀਂ ਕਿ ਆਪਣਾ ਪ੍ਰੋਪਰਟੀ ਕਿਸੇ ਨੂੰ ਦੇ ਦਿਓ ਜਾਂ ਧਨ ਬਾਹਰ ਕਰਕੇ ਸੁੱਟ ਦਿਓ, ਇਹਦਾ ਮਤਲਬ ਇਹ ਨਹੀਂ ਹੈ। ਸੰਗ ਨਾ ਚਾਲਸ ਤੇਰੇ ਧਨਾਂ ਦਾ ਮਤਲਬ, ਜੇ ਤੇਰੇ ਕੋਲ ਧਨ ਦੌਲਤ ਹੈ ਲੇਕਿਨ ਸੱਚ ਨਹੀਂ, ਤਾਂ ਤੇਰੇ ਆਤਮਿਕ ਜੀਵਨ ਦੇ ਅੰਦਰ ਧਨ ਨੇ ਹੱਥ ਨਹੀਂ ਦੇਣਾ। ਜੇ ਠੱਗੀਆਂ ਮਾਰ ਕੇ ਕਮਾਇਆ ਤੇ ਨਮੋਸ਼ੀ ਹੋਏਗੀ। ਕੋਈ ਪੈਸਾ ਬਹੁਤ ਜ਼ਿਆਦਾ ਹੈ ਤੇ ਜੇ ਤੂੰ ਕੱਲ ਨੂੰ ਕਰੈਕਟਰਲੈਸ ਹੋਏਗਾ, ਜੇ ਕੋਈ ਜ਼ਬਰ ਜਨਾਹ ਕਰੇਗਾ ਤਾਂ ਉਹਦਾ ਦੋਸ਼ ਤੇਰੇ ਤੇ ਮੜਿਆ ਜਾਏਗਾ। ਇਹ ਨਹੀਂ ਲੋਕ ਕਹਿਣਗੇ ਵੀ ਅਮੀਰ ਹੈ ਤੇ ਇਹਨੂੰ ਇਹ ਦੋਸ਼ ਨਾ ਲਾਓ, ਉਹ ਗੱਲ ਵੱਖਰੀ ਹੈ ਕਿ ਸਿਸਟਮ ਕਰਕੇ ਪੈਸੇ ਦੀ ਰਿਸ਼ਵਤ ਦੇ ਕੇ ਕਿਸ ਸਜ਼ਾ ਤੋਂ ਬਚ ਜਾਏ, ਉਹ ਗੱਲ ਵੱਖਰੀ ਹੈ। ਲੇਕਿਨ ਲੋਕ ਚੰਗਾ ਨਹੀਂ ਕਹਿਣਗੇ। ਜ਼ਰੂਰੀ ਥੋੜੀ ਨੂੰ ਮਲਕ ਭਾਗੋ ਦੇ ਕੋਲ ਧਨ ਹੈ ਤਾਂ ਤੁਹਾਨੂੰ ਉਹਦੇ ਨਾਲ ਸਾਥ ਨਹੀਂ ਨਾ ਦੇ ਰਿਹਾ ਆਤਮਿਕ ਜੀਵਨ ਦਾ। ਪੂਰੀ ਮਨੁੱਖਤਾ ਦੇ ਵਿੱਚ ਉੱਥੇ ਸਾਹਮਣੇ ਸਾਰਿਆਂ ਦੇ ਬੇਪੱਤੀ ਹੋ ਰਹੀ ਹੈ ਨਾ। ਜਦੋਂ ਕੋਈ ਸੱਚ ਬੋਲਣ ਵਾਲਾ ਮਿਲ ਜਾਂਦਾ ਨਾ ਤਾਂ ਉਹ ਕਹਿੰਦਾ ਵੀ ਤੇਰੇ ਪੂੜੇ ਜਿਹੜੇ ਨੇ ਖੂਨ ਦੇ ਵਿੱਚ ਤਲੇ ਨੇ, ਤਾਂ ਉੱਥੇ ਫਿਰ ਸਾਥ ਨਹੀਂ ਨਾ ਦੇ ਰਿਹਾ ਤੁਹਾਨੂੰ। ਇਨਸਾਨੀਅਤ, ਜਿੱਥੇ ਇਨਸਾਨੀਅਤ ਨੇ ਸਾਥ ਦੇਣਾ ਹੈ, ਜਿੱਥੇ ਮਾਨਸਿਕ ਸ਼ਾਂਤੀ ਨੇ ਸਾਥ ਦੇਣਾ ਹੈ, ਜਿੱਥੇ ਗੁਣਾਂ ਨੇ ਸਾਥ ਦੇਣਾ ਹੈ, ਜਿੱਥੇ ਜ਼ਮੀਰ ਜ਼ਿੰਦਾ ਹੈ, ਉੱਥੇ ਧਨ ਪਦਾਰਥ ਸਾਥ ਨਹੀਂ ਦੇਣਗੇ।
ਔਰ ਇਹ ਚੀਜ਼ ਨੂੰ ਥੋੜਾ ਹੋਰ ਸਮਝਣ ਦੀ ਲੋੜ ਹੈ। ਦੇਖੋ ਸਾਡੇ ਸਾਰੇ ਜਿੰਨੇ ਵੀ ਅਸੀਂ ਵੀਰ ਭੈਣਾਂ ਹਾਂ ਪੂਰੀ ਦੁਨੀਆ ਦੇ, ਹਿੰਦੂ ਮੁਸਲਮਾਨ ਚਾਹੇ ਕੋਈ ਵੀ ਹੈ, ਸਾਰਿਆਂ ਦੀ ਇੱਕ ਆਸ਼ਾ ਹੈ ਨਾ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆਵੇ, ਸ਼ਾਂਤੀ ਆਏ, ਆਨੰਦ ਆਏ। ਅਸੀਂ ਇਸੇ ਵਾਸਤੇ ਹੀ ਧਨ ਕਮਾਉਂਦੇ ਹਾਂ। ਅਸੀਂ ਆਪਣੇ ਦੇਸ਼ਾਂ ਨੂੰ ਛੱਡ ਕੇ ਇਹਨਾਂ ਦੇਸ਼ਾਂ ਵਿੱਚ ਇਸੇ ਵਾਸਤੇ ਆ ਗਏ ਨਾ, ਸੁੱਖ ਦੀ ਆਸ ਲੈ ਕੇ। ਸਾਨੂੰ ਇਹ ਸੀ ਵੀ ਇੰਗਲੈਂਡ ਦਾ ਵੀਜ਼ਾ ਮਿਲ ਜਾਏਗਾ ਤੇ ਫਿਰ ਸਵਰਗ ਵਿੱਚ ਚਲੇ ਜਾਵਾਂਗੇ। ਵੀਜ਼ਾ ਮਿਲ ਗਿਆ, ਸਵਰਗ ਵਿੱਚ ਆ ਗਏ, ਤੇ ਹੁਣ ਸਵਰਗ ਦਾ ਨਾਂ ਲੈਂਦੇ ਹਾਸਾ ਹੋਣ ਡਿਆ ਨਾ। ਹੁਣ ਜਿਹੜੇ ਸਵਰਗ ਵਿੱਚ ਅਸੀਂ, ਜਿਹੜੇ ਸਾਡੇ ਰਿਸ਼ਤੇਦਾਰ ਭੈਣ ਭਰਾ ਇੰਡੀਆ ਨੇ, ਜਦੋਂ ਫੋਨ ਕਰੀਏ ਨਾ ਕਈ ਵਾਰੀ, ਤੇ ਅਗਲੇ ਕਹਿ ਦਿੰਦੇ ਨੇ ਵੀ ਤੁਸੀਂ ਤੇ ਸਵਰਗ ਵਿੱਚ ਬੈਠੇ ਹੋ। ਮੈਂ ਕਿਹਾ ਹੁਣ ਸਵਰਗ ਦਾ ਸਾਨੂੰ ਪਤਾ ਨਾ ਜਿਹੜੇ ਚ ਅਸੀਂ ਬੈਠੇ ਹਾਂ। ਯਾਨੀ ਸਵਰਗ ਜਿਹੜਾ ਹੈ ਦੇਸ਼ ਬਦਲਣ ਨਾਲ ਨਹੀਂ ਹੈ, ਸਵਰਗ ਤੇ ਸੋਚਦਾ ਹੈ। ਇੱਥੇ ਵੀ ਕਾਲ ਕਲੇਸ਼ ਹੈ। ਆ ਹੁਣੀ ਆ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਗੁਰਦੁਆਰੇ ਸਿਰ ਪਾਟੇ ਨੇ, ਤੇ ਸਵਰਗ ਕਾਹਦਾ ਹੋਇਆ? ਅਮਰੀਕਾ, ਇਹਦੇ ਨਾਲੋਂ ਵੀ ਅਮੀਰ ਦੇਸ਼ ਹੈ। ਯਾਨੀ ਸੋਚ, ਸਾਡੀ ਮਾਨਸਿਕ ਸ਼ਾਂਤੀ, ਆਤਮਿਕ ਸ਼ਾਂਤੀ, ਰੱਬ ਦੇ ਨਾਲ ਮਿਲਾਪ ਵਾਸਤੇ ਧਨ ਵਗੈਰਾ ਨੇ ਸਾਥ ਨਹੀਂ ਦੇਣਾ, ਇੱਥੇ ਸ਼ੁਭ ਗੁਣਾ ਨੇ ਸਾਥ ਦੇਣਾ ਹੈ। ਇੱਥੇ ਚੰਗੀ ਮੈਂਟੈਲਿਟੀ, ਮਾਨਸਿਕਤਾ ਨੇ ਸਾਥ ਦੇਣਾ ਹੈ। ਜੇ ਤੇਰੀ ਮਾਨਸਿਕਤਾ ਚੰਗੀ ਹੋਏਗੀ, ਤੇਰਾ ਧਨ ਵੀ ਸੁਖਦਾਈ ਹੋਏਗਾ। ਜੇ ਤੇਰੇ ਅੰਦਰ ਚੰਗੇ ਗੁਣ ਹੋਣਗੇ, ਤੇਰਾ ਮਕਾਨ ਸੁਖਦਾਈ ਹੋਏਗਾ। ਜੇ ਅੰਦਰ ਗੁਣ ਪਿਆਰ ਹੋਏਗਾ, ਤੇਰੇ ਰਿਸ਼ਤੇ ਨਾਤੇ ਵੀ ਸੁਖਦਾਈ ਹੋਣਗੇ। ਤੇ ਜੇ ਤੇਰੀ ਜ਼ਿੰਦਗੀ ਦੇ ਅੰਦਰ ਆਚਰਨ ਚੰਗਾ ਨਾ ਹੋਇਆ, ਸੋਚ ਚੰਗੀ ਨਾ ਹੋਈ, ਤਾਂ ਇਹ ਧਨ, ਇਹ ਰਿਸ਼ਤੇ ਨਾਤੇ ਤੇਰੇ ਕੋਲ ਹੋਣਗੇ, ਪਰ ਤੇਰਾ ਸਾਥ ਤੇ ਨਹੀਂ ਨਾ ਦੇ ਪਾਣਗੇ। ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵੇ ਮੂਰਖ ਮਨਾ। ਹੇ ਮੇਰੇ ਮਨ, ਤੂੰ ਕਿਉਂ ਇਹਨੂੰ ਜੱਫਾ ਮਾਰੀ ਬੈਠਾ? ਹੁਣ ਜੱਫਾ ਮਾਰਨ ਦਾ ਮਤਲਬ ਇਹ ਨਹੀਂ ਵੀ ਧਨ ਛੱਡ ਦਿਓ, ਇਹ ਚੀਜ਼ ਸਮਝਣ ਵਾਲੀ ਹੈ। ਜੱਫਾ ਮਾਰਨ ਦਾ ਮਤਲਬ, ਲਪਟਣ ਦਾ ਮਤਲਬ ਇਹ ਵੇ ਕਿ ਤੂੰ ਪੈਸੇ ਨੂੰ ਹੀ ਆਪਣੀ ਜ਼ਿੰਦਗੀ ਦਾ ਗੋਲ ਕਿਉਂ ਬਣਾ ਲਿਆ। ਪੈਸਾ ਮੇਰੀ ਜ਼ਿੰਦਗੀ ਦਾ ਗੋਲ ਨਹੀਂ ਹੈ। ਪੈਸਾ ਜੀਵਨ ਪੈਸੇ ਵਾਸਤੇ ਨਹੀਂ ਹੈ, ਪੈਸਾ ਜੀਵਨ ਵਾਸਤੇ ਹੈ। ਮੈਨੂੰ ਜ਼ਿੰਦਗੀ ਜੀਣ ਲਈ ਪੈਸਾ ਚਾਹੀਦਾ ਹੈ, ਜ਼ਿੰਦਗੀ ਜੀਣ ਲਈ ਮੈਨੂੰ ਮਕਾਨ ਚਾਹੀਦਾ ਹੈ, ਰੋਟੀ ਚਾਹੀਦੀ ਹੈ, ਕੱਪੜੇ ਚਾਹੀਦੇ ਨੇ, ਭੈਣ ਭਰਾ ਆਦਿਕ ਚਾਹੀਦੇ ਨੇ ਜ਼ਿੰਦਗੀ ਜੀਣ ਲਈ। ਲੇਕਿਨ ਜ਼ਿੰਦਗੀ ਪੈਸੇ ਵਾਸਤੇ ਨਹੀਂ ਹੈ, ਜ਼ਿੰਦਗੀ ਸੱਚ ਵਾਸਤੇ ਹੈ, ਸਚਿਆਰ ਹੋਣ ਵਾਸਤੇ ਹੈ, ਇਨਸਾਨ ਬਣਨ ਵਾਸਤੇ ਹੈ, ਰੱਬੀ ਰਜ਼ਾ ਵਿੱਚ ਤੁਰਨ ਵਾਸਤੇ ਹੈ। ਜ਼ਿੰਦਗੀ ਦਾ ਮਕਸਦ ਇਹ ਹੋਣਾ ਚਾਹੀਦਾ ਹੈ। ਜਦੋਂ ਕਿਸੇ ਦੀ ਜ਼ਿੰਦਗੀ ਦਾ ਮਕਸਦ ਹੋਏਗਾ ਨਾ ਸਚਿਆਰ ਹੋਣਾ, ਸਚਿਆਰ ਹੋਣਾ ਜ਼ਿੰਦਗੀ ਦਾ ਮਕਸਦ ਹੋਏਗਾ, ਤਾਂ ਫਿਰ ਉਹ ਬੰਦਾ ਪੈਸੇ ਵਾਸਤੇ ਜਾਂ ਆਪਣੇ ਪਰਿਵਾਰ ਕਰਕੇ ਜਾਂ ਆਪਣੇ ਲਾਲਚ ਕਰਕੇ ਕੋਈ ਵੀ ਗੈਰ ਇਨਸਾਨੀਅਤ ਵਾਲਾ ਕੰਮ ਨਹੀਂ ਕਰੇਗਾ। ਉਹ ਧਰਮ ਤੋਂ ਦੂਰ ਨਹੀਂ ਜਾਏਗਾ, ਸੱਚ ਤੋਂ ਦੂਰ ਨਹੀਂ ਜਾਏਗਾ, ਇਨਸਾਨੀਅਤ ਤੋਂ ਦੂਰ ਨਹੀਂ ਜਾਏਗਾ, ਜ਼ਮੀਰ ਮਾਰ ਕੇ ਕੋਈ ਕੰਮ ਨਹੀਂ ਕਰੇਗਾ, ਕਿਉਂਕਿ ਉਹਦੀ ਜ਼ਿੰਦਗੀ ਦਾ ਗੋਲ ਹੈ ਉੱਚਾ, ਰੱਬ ਦੇ ਵਿੱਚ ਮਿਲਣਾ, ਸਚਿਆਰ ਹੋਣਾ। ਉਹਦੇ ਕੋਲ ਪੈਸਾ ਵੀ ਹੋਏਗਾ, ਧਨ ਦੌਲਤ ਵੀ ਹੋਏਗੀ, ਸਾਰਾ ਕੁਝ ਹੋਏਗਾ, ਲੇਕਿਨ ਜ਼ਿੰਦਗੀ ਦਾ ਗੋਲ ਉਹਦਾ ਕੀ ਹੈ? ਸਚਿਆਰ ਹੋਣਾ। ਇਸ ਲਈ ਉਹ ਆਪਣੇ ਰਿਸ਼ਤੇ ਨਾਤਿਆਂ ਦੇ ਵਿੱਚ ਸਚਿਆਰਤਾ ਵਰਤੇਗਾ। ਧਨ ਕਮਾਏਗਾ ਤਾਂ ਸੱਚੀ ਸੁੱਚੀ ਕਿਰਤ ਕਰਕੇ ਕਮਾਏਗਾ, ਵਰਤ ਵਿਹਾਰ ਉਹਦਾ ਸੱਚਾ ਸੁੱਚਾ ਹੋਏਗਾ, ਉਹ ਇਨਸਾਨੀਅਤ ਤੋਂ ਦੂਰ ਨਹੀਂ ਜਾਏਗਾ। ਪਰ ਜਿਨਨੇ ਆਪਣੀ ਜ਼ਿੰਦਗੀ ਦਾ ਗੋਲ ਸਿਰਫ ਪੈਸਾ ਬਣਾ ਲਿਆ ਕਿ ਮੇਰੀ ਜ਼ਿੰਦਗੀ ਦਾ ਗੋਲ ਪੈਸਾ ਹੈ, ਹੁਣ ਉਹ ਪੈਸਾ ਜਿੱਥੋਂ ਮਿਲਦਾ ਅਤਿਆਚਾਰ ਕਰਕੇ ਮਿਲੇਗਾ ਤੇ ਅਤਿਆਚਾਰ ਵੀ ਕਰੇਗਾ। ਝੂਠ ਬੋਲਿਆ ਮਿਲਦਾ ਝੂਠ ਵੀ ਬੋਲੇਗਾ, ਸੱਚ ਬੋਲਿਆ ਮਿਲਦਾ ਸੱਚ ਵੀ ਬੋਲੇਗਾ, ਕਿਉਂਕਿ ਗੋਲ ਹੈ ਨਾ ਪੈਸਾ। ਕਿਸੇ ਨੂੰ ਕਤਲ ਕੀਤਾ ਮਿਲਦਾ ਪੈਸਾ ਤੋਂ ਕਤਲ ਵੀ ਕਰ ਦੇਗਾ, ਜੇ ਬੈਂਕ ਲੁੱਟਿਆ ਮਿਲਦਾ ਤਾਂ ਬੈਂਕ ਵੀ ਲੁੱਟ ਲਵੇਗਾ, ਕਿਉਂਕਿ ਗੋਲ ਹੋ ਗਿਆ ਨਾ। ਗੋਲ ਕੀ ਹੈ? ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਵੀ ਇਹਨੂੰ ਗੋਲ ਨਾ ਬਣਾ, ਪੈਸੇ ਨੂੰ, ਪ੍ਰਾਪਰਟੀ ਨੂੰ ਗੋਲ ਨਾ ਬਣਾ। ਗੋਲ ਤੇਰਾ ਹੋਣਾ ਚਾਹੀਦਾ ਸਚਿਆਰ ਹੋਣਾ, ਫਿਰ ਤੇਰਾ ਇਹ ਪੈਸਾ, ਫਿਰ ਤੇਰੀ ਇਹ ਪ੍ਰਾਪਰਟੀ, ਇਹ ਵੀ ਮਹਾਨ ਹੋ ਜਾਏਗੀ। ਪੈਸੇ ਨੂੰ ਛੱਡਣ ਦੀ ਗੱਲ ਨਹੀਂ, ਇਹ ਲੋੜ ਹੈ। ਆਪਣੇ ਗੋਲ ਤੱਕ ਪਹੁੰਚਣ ਵਾਸਤੇ ਇਹਨੂੰ ਵਰਤ। ਰੋਟੀ ਕੱਪੜਾ ਮਕਾਨ ਜਿੰਨੀਆਂ ਵੀ ਲੋੜਾਂ ਨੇ ਪੂਰੀਆਂ ਕਰ, ਤੇ ਆਪਣੀ ਜ਼ਿੰਦਗੀ ਦਾ ਗੋਲ ਬਣਾ ਇਨਸਾਨੀਅਤ। ਦੇਖੋ ਹੁਣ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਦਾ ਕੈਸਾ ਗੋਲ ਸੀ, ਰਹਿੰਦੀ ਦੁਨੀਆ ਤੱਕ ਉਹਨੂੰ ਲੋਕ ਯਾਦ ਕਰਨਗੇ। ਗੁਰੂ ਸਾਹਿਬਾਨ ਨੇ, ਭਗਤ ਜਨ ਨੇ, ਭੱਟ ਜਨ ਨੇ, ਬਾਣੀਕਾਰ ਨੇ, ਜਾਂ ਜਿਹੜੇ ਇਤਿਹਾਸ ਦੇ ਵਿੱਚ ਸਾਡੇ ਸ਼ਹੀਦ ਜਿਨ੍ਹਾਂ ਦਾ ਨਾਮ ਅਸੀਂ ਇਤਿਹਾਸ ਰੋਜ਼ ਅਰਦਾਸ ਵਿੱਚ ਲੈਂਦੇ ਆ, ਉਹਨਾਂ ਦੀ ਜ਼ਿੰਦਗੀ ਦਾ ਗੋਲ ਸੀ ਨਾ। ਇਸ ਕਰਕੇ ਉਹ ਰਹਿੰਦੀ ਦੁਨੀਆ ਤੱਕ ਰਹਿਣਗੇ। ਜਦੋਂ ਤੱਕ ਇਹ ਦੁਨੀਆ ਹੈ
ਉਦੋਂ ਤੱਕ ਉਹਨਾਂ ਦਾ ਨਾਮ ਅਰਦਾਸ ਵਿੱਚ ਲਿਆ ਜਾਏਗਾ, ਕਿਉਂਕਿ ਗੋਲ ਸੀ ਨਾ ਮਹਾਨ। ਤੇ ਜਿਨ੍ਹਾਂ ਦਾ ਗੋਲ ਕੇਵਲ ਪੈਸਾ ਸੀ, ਵੱਡੇ ਵੱਡੇ ਬਾਦਸ਼ਾਹ ਇਤਿਹਾਸ ਦੀ ਪੰਨਿਆਂ ਤੋਂ ਮਿਟਦੇ ਜਾ ਰਹੇ ਨੇ ਨਾ। ਤਾਂ ਇਹਦਾ ਮਤਲਬ ਇਹ ਨਹੀਂ ਕਿ ਪੈਸਾ ਕਮਾਣਾ ਨਹੀਂ ਜਾਂ ਕੁਝ ਨਹੀਂ, ਸਾਰਾ ਕੁਝ ਐਵੇਂ ਚੱਲੇਗਾ, ਲੇਕਿਨ ਜਦੋਂ ਗੋਲ ਉੱਚਾ ਹੋਏਗਾ ਤਾਂ ਜ਼ਿੰਦਗੀ ਦਾ ਬੇਸ ਜਿਹੜਾ ਹੈ ਉਹ ਸੱਚ ਹੋ ਜਾਏਗਾ। ਜਿਹੜਾ ਕੰਮ ਨੇ ਉਹ ਸਾਡੀ ਕਿਰਤ ਬਣ ਜਾਣਗੇ, ਉਹ ਭਗਤੀ ਬਣ ਜਾਣਗੇ। ਦੁਕਾਨ ਚਲਾਵਾਂਗੇ, ਵਪਾਰ ਕਰਾਂਗੇ, ਖੇਤੀ ਕਰਾਂਗੇ, ਬੇਸ ਸੱਚ ਹੋਏਗਾ। ਪੈਸਾ ਤੇ ਫਿਰ ਵੀ ਆਉਣਾ ਹੈ, ਲੇਕਿਨ ਉਹ ਸੱਚੀ ਕਿਰਤ ਨਹੀਂ ਆਏਗਾ। ਸੁਤ ਮੀਤ ਕੁਟੰਬ ਔਰ ਬਨਤਾ। ਸੁਤ ਦਾ ਮਤਲਬ ਪੁੱਤਰ, ਧੀਆਂ, ਬੰਤਾ ਦਾ ਮਤਲਬ ਇਸਤਰੀ, ਯਾਨੀ ਪੁੱਤਰ, ਮਿੱਤਰ, ਪਰਿਵਾਰ ਤੇ ਇਸਤਰੀ। ਇਨਤੇ ਕਹੋ ਤੁਮ ਕਵਨ ਸਨਾਥਾ। ਸਨਾਥਾ ਦਾ ਮਤਲਬ ਖਸਮ ਵਾਲਾ, ਨਾਥ ਵਾਲਾ। ਇਹਨਾਂ ਵਿੱਚੋਂ ਦੱਸ ਕੌਣ ਤੇਰਾ ਆਤਮਿਕ ਜੀਵਨ ਵਿੱਚ ਸਾਥ ਦੇਣ ਵਾਲਾ ਹੈ। ਆਤਮਿਕ ਜੀਵਨ ਦਾ ਕੋਈ ਸਾਥੀ ਜੇ ਸੱਚ ਹੈ ਨਾ ਬੇਸ, ਫਿਰ ਇਹ ਰਿਸ਼ਤੇ ਨਾਤੇ ਬੜੇ ਪਿਆਰੇ ਨੇ। ਫਿਰ ਇਹਨਾਂ ਰਿਸ਼ਤਿਆਂ ਨਾਤਿਆਂ ਦੇ ਵਿੱਚੋਂ ਸੁੱਖ ਉਪਜੇਗਾ। ਔਰ ਯਾਦ ਰੱਖਣਾ, ਇਹ ਰਿਸ਼ਤੇ ਨਾਤੇ ਬੜੇ ਮਹਾਨ ਨੇ। ਆ ਪਿੱਛੇ ਮੈਂ 2 ਵਾਰੀ ਇੱਥੇ ਸੈਮੀਨਾਰ ਕੀਤਾ ਸੀ ਆਪਣਾ ਗੁਰਦੁਆਰਾ ਵੁਲਿਚ ਰਾਮਗੜੀਆ ਸਿੱਖ ਐਸੋਸੀਏਸ਼ਨ ਵਿੱਚ, ਰਿਸ਼ਤਿਆਂ ਦੀ ਮਹਾਨਤਾ ਬਾਰੇ। ਉੱਥੇ ਮੈਂ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਸਾਨੂੰ ਇਹਨਾਂ ਰਿਸ਼ਤਿਆਂ ਦੀ ਮਹਾਨਤਾ ਦੱਸ ਰਹੇ ਨੇ ਕਿ ਇਹ ਜਿਹੜੇ ਸਾਰੇ ਸੰਬੰਧ ਨੇ ਨਾ, ਇਹਨਾਂ ਦੀ ਮਹਾਨਤਾ ਇਹ ਹੈ ਕਿ ਸਭਨਾ ਕੋ ਸੰਬੰਧ ਹਰ ਕਰ ਦੀਏ। ਇਹ ਜਿਹੜੇ ਸੰਬੰਧ ਨੇ ਰੱਬ ਨੇ ਦਿੱਤੇ ਨੇ, ਮਾਂ ਬਾਪ, ਭੈਣ ਭਰਾ, ਰੱਬੀ ਰਜ਼ਾ ਵਿੱਚ ਮਿਲੇ ਨਾ। ਤੇ ਮਹਾਨਤਾ ਹੁੰਦੀ ਹੈ ਗਿਫਟ ਦੀ, ਜਿਹੜਾ ਗਿਫਟ ਦੇਣ ਵਾਲਾ ਨਾ ਉਹਦੇ ਕਰਕੇ। ਤਾਂ ਇਹ ਮਹਾਨ ਨੇ ਕਿਉਂਕਿ ਰੱਬ ਮਹਾਨ ਹੈ। ਤੇ ਰੱਬ ਨੇ ਜਿਹੜੀ ਸਾਨੂੰ ਗਿਫਟ ਦਿੱਤੀ ਹੈ, ਦਾਤ ਦਿੱਤੀ, ਇਹ ਰਿਸ਼ਤੇ ਬੜੇ ਮਹਾਨ ਨੇ। ਜੇ ਇਹਨਾਂ ਨੂੰ ਅਸੀਂ ਇਹ ਸਮਝ ਕੇ ਨਿਭਾਈਏ ਕਿ ਸਾਨੂੰ ਰੱਬ ਨੇ ਦਿੱਤੇ ਨੇ ਔਰ ਰੱਬੀ ਰਜ਼ਾ ਦੇ ਅੰਦਰ ਇਹਨਾਂ ਰਿਸ਼ਤਿਆਂ ਦੇ ਨਾਲ ਨਿਭਣਾ ਹੈ, ਤਾਂ ਫਿਰ ਇਹ ਰਿਸ਼ਤੇ ਨਾਤੇ ਬਹੁਤ ਮਹਾਨ ਨੇ। ਇਹਨਾਂ ਚੋਂ ਸੁੱਖ ਉਪਜੇਗਾ, ਇਹ ਸ਼ਾਂਤੀ ਦਾ ਕਾਰਨ ਬਣਨਗੇ। ਪਰ ਜੇ ਰੱਬੀ ਰਜ਼ਾ ਨੂੰ ਔਰ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਚੋਂ ਮਾਈਨਸ ਕਰ ਦੋ, ਤੇ ਫਿਰ ਵੇਖੋ ਇਹਨਾਂ ਰਿਸ਼ਤਿਆਂ ਤੋਂ ਤੁਹਾਡਾ ਕੌਣ ਸਾਥੀ ਹੈ, ਸੁੱਖਾਂ ਦਾ ਕੌਣ ਤੁਹਾਨੂੰ ਸੁੱਖ ਦੇ ਸਕਦਾ ਹੈ। ਅਸੀਂ ਵੇਖਦੇ ਹਾਂ ਨਾ, ਘਰਾਂ ਵਿੱਚ ਧੀਆਂ ਵੀ ਨੇ, ਪੁੱਤਰ ਵੀ ਨੇ, ਭੈਣ ਭਰਾ ਵੀ ਨੇ, ਰਿਸ਼ਤੇ ਤੇ ਹੈ ਨੇ, ਪਰ ਬੋਲ ਚਾਲ ਵਿਹਾਰ ਚੰਗਾ ਨਾ ਹੋਣ ਕਰਕੇ ਰਿਸ਼ਤੇ ਹੀ ਕਲੇਸ਼ ਦਾ ਘਰ ਬਣੇ ਨੇ। ਉਹ ਮੈਂ ਤੁਹਾਨੂੰ ਪਿੱਛੇ ਗੱਲ ਸੁਣਾਈ ਸੀ ਨਾ, ਉਹ ਵੀਰ ਫੋਨ ਕਰ ਰਿਹਾ ਸੀ, ਘਰ ਵਾਲੀ ਕਹਿੰਦੀ ਕੀ ਹਾਲ ਹੈ, ਕਹਿੰਦਾ ਹਾਲ ਤੇ ਬਲਵਿੰਦਰ ਚੰਗਾ ਹੈ, ਪਰ ਰਾਤੀ ਸੁਪਨਾ ਆਇਆ ਬੜਾ ਭੈੜਾ। ਕਹਿੰਦਾ ਸੁਪਨਾ ਆਇਆ, ਫਿਰ ਰਾਤੀ ਮੈਂ ਸੁਪਨੇ ਵਿੱਚ ਰੰਡਾ ਹੋ ਗਿਆ। ਆਪਣੇ ਘਰ ਵਾਲੇ ਨੂੰ ਕਹਿੰਦਾ ਸੁਪਨੇ ਵਿੱਚ ਰਾਤੀ ਮੈਂ ਰੰਡਾ ਹੋ ਗਿਆ। ਤੇ ਉਹ ਅੱਗੋਂ ਹੱਥ ਜੋੜ ਕੇ ਆਂਦੀ, ਹਾਂ ਹਾਏ ਸੱਚੇ ਪਾਤਸ਼ਾਹ, ਤੁਹਾਨੂੰ ਤੇ ਤੱਤੀ ਵਾਹ ਨਾ ਲੱਗੇ, ਰੰਡੇ ਤੁਸੀਂ ਕਿ ਹੋ, ਰੰਡੀ ਮੈਂ ਹੋਵਾਂ। ਮੈਂ ਕਿਉਂ ਮਰਾਂ, ਤੂੰ ਮਰ। ਰਿਸ਼ਤੇ ਨਾਤੇ ਮਹਾਨ ਹੋ ਜਾਣਗੇ ਉਦੋਂ ਜਦੋਂ ਸ਼ੁਭ ਗੁਣ ਹੋਣਗੇ, ਜਦੋਂ ਇੱਕ ਦੂਜੇ ਵਾਸਤੇ ਸਮਰਪਣ ਹੋਵੇਗਾ। ਪਰ ਜੇ ਇਹਨਾਂ ਰਿਸ਼ਤਿਆਂ ਨਾਤਿਆਂ ਦੇ ਅੰਦਰ ਸੱਚ ਨਹੀਂ, ਤਾਂ ਫਿਰ ਦੱਸੋ ਕਿ ਰਿਸ਼ਤਿਆਂ ਨਾਤਿਆਂ ਦੇ ਹੁੰਦਿਆਂ ਕੋਈ ਖੁਸ਼ੀ ਹੈ, ਸੁੱਖ ਹੈ? ਹਾਂ, ਉਹਨਾਂ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਹੈ ਜਿੱਥੇ ਗੁਣ ਨੇ, ਤੇ ਜਿੱਥੇ ਗੁਣ ਨਹੀਂ, ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਲ ਕਲੇਸ਼ ਵੇਖਿਆ ਜਾ ਸਕਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੇ ਰੱਬੀ ਗੁਣ ਨਹੀਂ ਤੇਰੇ ਅੰਦਰ, ਤਾਂ ਫਿਰ ਤੇਰੇ ਰਿਸ਼ਤੇ ਨਾਤੇ ਦੱਸ ਤੇਰਾ ਕੀ ਸਾਥ ਦੇਣਗੇ, ਇਹਨਾਂ ਚੋਂ ਕੀ ਖੱਟ ਲਏਗਾ, ਕੀ ਤੂੰ ਸੁੱਖ ਪਾ ਲਵੇਂਗਾ। ਰਾਜ ਰੰਗ ਮਾਇਆ ਵਿਸਥਾਰ। ਰਾਜ ਰੰਗ ਜਿਹੜਾ ਅਡੰਬਰ ਹੈ, ਰਾਜ ਦੇ ਰੰਗ ਰਲੀਆਂ ਨੇ। ਰਾਜਾ ਬਾਦਸ਼ਾਹ ਕੋਈ ਬਣ ਜਾਏ ਤੇ ਰੰਗ ਰਲੀਆਂ ਮਾਣੇ, ਜਿਵੇਂ ਔਰੰਗਜ਼ੇਬ ਸੀ, ਹਿਟਲਰ ਸੀ। ਮਾਇਆ ਦੇ ਜਿਹੜੇ ਅਡੰਬਰ ਨੇ, ਅੱਜ ਮਤਲਬ ਸਿਸਟਮ ਬਦਲ ਗਿਆ ਹੈ। ਅੱਜ ਰਾਜੇ ਨਹੀਂ ਤਾਂ ਅੱਜ MLA MP, ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੇ, ਲੰਬੜਦਾਰ, ਸਰਪੰਚ ਨੇ। ਰਾਜਨੀਤੀ ਇਹਦੇ ਵਿੱਚ ਬੰਦਾ ਰੰਗ ਰਲੀਆਂ ਮਾਣੇ, ਹੋਰ ਮਾਇਆ ਦਾ ਬਹੁਤ ਸਾਰਾ ਵਿਸਥਾਰ ਹੋਵੇ। ਇਨਤੇ ਕਹੋ ਕਵਨ ਛੁਟਕਾਰ। ਦੱਸੋ ਇਹਨਾਂ ਵਿੱਚੋਂ ਕਿੰਨੇ ਵਿਕਾਰਾਂ ਤੋਂ ਛੁਟਕਾਰਾ ਪਾ ਲਿਆ? ਕੇਵਲ ਕੋਈ MLA ਬਣਨ ਦੇ ਨਾਲ ਇਨਸਾਨ ਬਣ ਸਕਦਾ ਹੈ? ਹਾਂ, ਇਹ ਗੱਲ ਵੱਖਰੀ ਹੈ ਕਿ ਕੋਈ ਇਨਸਾਨ ਹੋਏ ਤਾਂ MLA ਬਣ ਜਾਏ, ਪਰ ਸਿਰਫ ਲੰਬੜਦਾਰ ਬਣਨ ਦੇ ਨਾਲ ਜਾਂ ਮੈਂਬਰ ਪੰਚਾਇਤ ਜਿੱਤਣ ਦੇ ਨਾਲ ਇਨਸਾਨੀਅਤ ਆ ਜਾਏਗੀ?
सरपंची जित्या इंसानियत आ जाएगी, गुरुद्वारे के प्रधान सैकटरी बनया इंसानियत आ जाएगी, ਜਾਂ मतलब राष्ट्रपति बनया इंसानियत आ जाएगी? बिल्कुल भी नहीं। इंसानियत वक्री चीज है, पद पदवियां वक्री चीज है, ते जेड़े शांति है वो मिलनी है गुणा करके, विकारां तो खलासी होनी है गुणा करके, पदवियां करके थोड़ा होनी है। ਇਹਦਾ ਕਦਾਚਿਤ ਭਾਵ ਨਹੀਂ ਕਿ ਤੁਸੀਂ ਪ੍ਰਧਾਨ ਸੈਕਟਰੀ ਐਮਐਲਏ ਐਮਪੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਨਹੀਂ ਬਣਨਾ ਹੈ। ਕਈ ਵਾਰ ਚੰਗੇ ਲੋਕ ਕਹਿੰਦੇ ਨੇ ਸਾਨੂੰ ਕੀ ਲੋੜ ਹੈ ਰਾਜਨੀਤੀ ਵਿੱਚ ਆਉਣ ਦੀ ਜੀ, ਤੇ ਨਾ ਐਸਾ ਕਦੇ ਨਾ ਸੋਚੋ। ਚੰਗੇ ਲੋਕਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ, ਚੰਗੇ ਲੋਕਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਆਉਣਾ ਚਾਹੀਦਾ ਹੈ, ਲੰਬੜਦਾਰ ਸਰਪੰਚ ਐਮਐਲਏ ਐਮਪੀ ਬਣਨਾ ਚਾਹੀਦਾ ਹੈ, ਕਿਉਂਕਿ ਜੇ ਚੰਗੇ ਬੰਦੇ ਅੱਗੇ ਆਉਣਗੇ ਤਾਂ ਸੁਧਾਰ ਹੋਏਗਾ। ਇਸ ਲਈ ਇਹ ਚੀਜ਼ਾਂ ਨਹੀਂ ਸੋਚਣੀਆਂ। ਗੱਲ ਸਿਰਫ ਇੱਥੇ ਇੰਨੀ ਹੈ ਕਿ ਕੋਈ ਪਦ ਪਦਵੀ ਤੁਹਾਨੂੰ ਸੁਖ ਸ਼ਾਂਤੀ ਨਹੀਂ ਦੇ ਸਕਦੀ ਜੇ ਤੁਹਾਡੇ ਅੰਦਰ ਸ਼ੁਭ ਗੁਣ ਨਹੀਂ ਤਾਂ। ਗੱਲ ਇਹ ਹੈ ਕਿ ਇਹਨਾਂ ਪਦ ਪਦਵੀਆਂ ਦੇ ਨਾਲ ਕਿਸੇ ਨੂੰ ਅੱਜ ਤੱਕ ਸ਼ਾਂਤੀ ਮਿਲੀ ਹੈ। ਔਰੰਗਜ਼ੇਬ ਵੇਖੋ ਕਿੰਨਾ ਵੱਡਾ ਬਾਦਸ਼ਾਹ ਸੀ, ਹਿਟਲਰ ਸੀ, ਸਗੋਂ ਦੁਨੀਆ ਮਰਵਾ ਦਿੱਤੀ। ਇੰਦਰਾ ਗਾਂਧੀ ਸੀ। ਪਦ ਪਦਵੀਆਂ ਦੇ ਨਾਲ ਨਹੀਂ ਨਾ ਇਨਸਾਨੀਅਤ ਪੈਦਾ ਹੁੰਦੀ, ਪਦ ਪਦਵੀਆਂ ਦੇ ਨਾਲ ਨਹੀਂ ਨਾ ਖੁਸ਼ੀ ਮਿਲਦੀ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਲੰਬੜਦਾਰ ਸਰਪੰਚ ਨਹੀਂ ਬਣਨਾ ਜਾਂ ਪ੍ਰਧਾਨ ਮੰਤਰੀ ਰਾਸ਼ਟਰੀ ਨਹੀਂ ਬਣਨਾ ਹੈ, ਲੇਕਿਨ ਸ਼ਾਂਤੀ ਮਿਲੇਗੀ ਗੁਣਾਂ ਦੇ ਨਾਲ। तखत राजा सो बह जे तख्ते लायक हुई, लायक बनना है, अपने अंदर क्वालिटीज पैदा करनी, अपने अंदर इंसानियत पैदा करनी है। राज रंग माया विस्तार इनते कहो कवन छुटकार। गुरु जी कहते ने दसो सोचो इन्हां तो किसी नूं छुटकारा मिलिया कि इन्हां पदवियां दे नाल विकारां तो छुटकारा मिल गया होवे ना, सगों इन्हां पदवियां ते बैठे बहुते लोकां ने ਸਮੱਸਿਆਵਾਂ ਕ੍ਰੀਏਟ ਕੀਤੀਆਂ ਨੇ। ਆ ਜਿਹੜੀਆਂ ਦੇਸ਼ਾਂ ਦੀਆਂ ਸੀਮਾਵਾਂ ਨੇ ਨਾ ਵੰਡਾਂ ਪਈਆਂ, ਉਹ ਰਾਜਨੀਤਿਕ ਲੋਕਾਂ ਕਰਕੇ ਹੀ ਪਈਆਂ। ਔਰ ਜਦੋਂ ਸੀਮਾਵਾਂ ਦੀਆਂ ਵੰਡਾਂ ਪੈ ਗਈਆਂ, ਫਿਰ ਅੱਗੋਂ ਮਿਜ਼ਾਈਲਾਂ, ਟੈਂਕ, ਤੋਪ ਤੇ ਐਟਮ ਬੰਬ, ਪਰਮਾਣੂ ਹਥਿਆਰ ਜਿਹੜੇ ਨੇ ਉਹ ਇਹਨਾਂ ਲੋਕਾਂ ਨੇ ਪੈਦਾ ਕੀਤੇ ਨੇ। ਜੇ ਸੀਮਾਵਾਂ ਹੁੰਦੀਆਂ ਹੀ ਨਾ, ਇਹਨਾਂ ਦੇਸ਼ਾਂ ਨੂੰ ਸਟੇਟਾਂ ਦੇ ਦਰਜੇ ਦੇ ਦਿਓ, ਪੂਰੀ ਦੁਨੀਆ ਦੀ ਇੱਕ ਰਾਜਧਾਨੀ ਹੋ ਜਾਏ, ਇੱਕ ਕਾਨੂੰਨ ਹੋ ਜਾਏ, ਤਾਂ ਕਿੰਨਾ ਸਾਰਾ ਪੈਸਾ ਬਚੇਗਾ। ਇਸ ਲਈ ਲੋੜ ਇਨਸਾਨੀਅਤ ਦੀ ਹੈ, ਇਸ ਲਈ ਲੋੜ ਮਨੁੱਖੀ ਗੁਣਾਂ ਦੀ ਹੈ, ਰੱਬੀ ਰਜ਼ਾ ਨੂੰ ਸਮਝਣ ਦੀ ਹੈ। ਅਸ ਹਸਤੀ ਰਥ ਅਸਵਾਰੀ, ਅਸ ਦਾ ਮਤਲਬ ਘੋੜੇ, ਹਸਤੀ ਦਾ ਮਤਲਬ ਹਾਥੀ। ਹਾਥੀ ਔਰ ਘੋੜਿਆਂ ਦੀ ਸਵਾਰੀ, ਕਿਉਂਕਿ ਉਦੋਂ ਹਾਥੀ ਘੋੜੇ ਆਮ ਗਰੀਬ ਬੰਦੇ ਕੋਲ ਨਹੀਂ ਸੀ ਹੁੰਦੇ, ਔਰ ਇਹ ਸਵਾਰੀਆਂ ਸਨ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਹਾਥੀ ਸਨ, ਘੋੜੇ ਸਨ, ਰੱਥ ਸਨ, ਗੱਡੀਆਂ ਸਨ, ਬੈਲ ਗੱਡੀਆਂ ਸਨ। ਅੱਜ ਉਹਦੀ ਜਗ੍ਹਾ ਤੇ ਹੌਲੇ ਹੌਲੇ ਅੱਗੇ ਸਾਈਕਲ ਆ ਗਏ, ਮੋਟਰਸਾਈਕਲਾਂ, ਸਕੂਟਰ ਆ ਗਈਆਂ, ਕਾਰਾਂ ਆ ਗਈਆਂ, ਅੱਜ ਰੇਲਾਂ ਆ ਗਈਆਂ, ਹਵਾਈ ਜਹਾਜ਼ ਆ ਗਏ, ਕਿੰਨੀ ਤੇਜ਼ ਚੱਲਣ ਵਾਲੇ। ਤੇ ਅੱਗੋਂ ਜੋ ਸੁਣਨ ਵਿੱਚ ਆਉਂਦਾ ਹੈ, ਇੰਨੀ ਤੇਜ਼ ਫਲਾਈਟ ਆ ਰਹੀ ਹੈ ਕਿ ਪੌਣੇ ਘੰਟੇ ਵਿੱਚ ਇੰਗਲੈਂਡ ਤੋਂ ਤੇ ਇੰਡੀਆ ਪੌਣਾ ਘੰਟਾ ਲੱਗਣਾ ਕਰਨਾ। ਘਰ ਦੀ ਨੇ ਕਹਿਣਾ ਵੀ ਅੱਜ ਚਾਹ ਵਾਸਤੇ ਦੁੱਧ ਕੋਈ ਨਹੀਂ, ਤੇ ਵੀਰ ਹਰਨੇਕ ਸਿੰਘ ਨੇ ਕਹਿਣਾ ਕੋਈ ਨਹੀਂ, ਤੂੰ ਚਾਹ ਧਰ, ਮੈਂ ਇੰਗਲੈਂਡ ਤੋਂ ਲੈ ਕੇ ਆ, 1.5 ਘੰਟੇ ਬਾਅਦ ਆਇਆ। ਯਾਨੀ ਇੰਨੀਆਂ ਤੇਜ਼ ਫਲਾਈਟਾਂ ਆ ਜਾਣਗੀਆਂ। ਤਾਂ ਵੀਰ ਜੀ ਮਜ਼ਾਕ ਨਾ, ਗੁੱਸਾ ਨਾ ਕਰ। ਤਾਂ ਅਸ ਹਸਤੀ ਰਥ ਸਵਾਰੀ, ਕਿ ਜੇ ਤੁਹਾਡੇ ਕੋਲ ਸਵਾਰੀਆਂ ਵੀ ਆ ਜਾਣ, ਕਾਰਾਂ, ਘੋੜੇ, ਹਾਥੀ, ਹਵਾਈ ਜਹਾਜ਼, ਹੈਲੀਕਾਪਟਰ, ਆਪਣੇ ਖਰੀਦ ਲਓ। ਝੂਠਾ ਡੰਫ, ਝੂਠ ਪਾਸਾਰੀ। ਡੰਫ ਦਾ ਮਤਲਬ ਵਿਖਾਵਾ, ਪਾਸਾਰੀ ਦਾ ਮਤਲਬ ਵਿਖਾਵੇ ਦਾ ਖਲਾਰਾ। ਤਾਂ ਇਹ ਸਭ ਝੂਠਾ ਵਿਖਾਵਾ ਹੈ, ਇਹ ਸਭ ਅਡੰਬਰ ਰਚਾਉਣ ਵਾਲਾ। ਜੇ ਅੰਦਰ ਇਨਸਾਨੀਅਤ ਨਹੀਂ, ਜੇ ਅੰਦਰ ਸ਼ੁਭ ਗੁਣ ਨਹੀਂ, ਤਾਂ ਫਿਰ ਹਾਥੀ ਘੋੜਿਆਂ ਦਾ, ਫਿਰ ਜਹਾਜ਼ਾਂ ਨਾਲ ਇਨਸਾਨੀਅਤ ਥੋੜਾ ਪੈਦਾ ਹੋ ਜਾਣੀ ਹੈ, ਜਹਾਜ਼ਾਂ ਨਾਲ ਸ਼ਾਂਤੀ ਥੋੜਾ ਆ ਜਾਣੀ ਹੈ। ਕਲੇਸ਼ ਤੇ ਉਹੀ ਹੈ। ਫਰਕ ਸਿਰਫ ਇੰਨਾ ਹੋਏਗਾ ਕਿ ਮੈਂ ਫੁੱਟਪਾਥ ਤੇ ਬੈਠ ਕੇ ਰੋ ਰਿਹਾ ਵਾਂ ਤੇ ਦੂਜਾ ਬੰਦਾ ਜਹਾਜ਼ ਵਿੱਚ ਬਹਿ ਕੇ ਰੋ ਰਿਹਾ, ਰੋ ਦੋਵੇਂ ਰਹੇ, ਕਿਉਂਕਿ ਇਨਸਾਨੀਅਤ ਨਹੀਂ ਨਾ, ਗੁਣ ਨਹੀਂ ਨਾ। ਘਰ ਵਾਲੀ ਘਰ ਵਾਲਾ ਪੈਦਲ ਲੜਦੇ ਜਾਂਦੇ ਨੇ, ਤੇ ਦੂਜੇ ਕੋਲੋਂ ਸਾਈਕਲ ਤੇ ਲੰਘੇ ਨੇ, ਉਹ ਲੜਦੇ ਜਾਂਦੇ ਨੇ ਸਾਈਕਲ ਤੇ ਤੀਜੇ ਮਰਸੀਡੀਜ਼ ਕਾਰ ਵਿੱਚ ਲੜਦੇ ਜਾ ਰਹੇ ਨੇ। ਫਰਕ ਕੀ ਹੋਇਆ? ਫਰਕ ਇਹਨਾਂ ਜਿਹੜਾ ਪੈਦਲ ਜਾ ਰਹੇ ਨੇ ਉਹਨਾਂ ਦੇ ਵਿਚਾਰਿਆਂ ਦੇ ਸਿਰ ਵਿੱਚ ਥੋੜਾ ਬਹੁਤਾ ਕੱਟਾ ਕੁੱਟਾ ਵੀ ਉੱਡ ਕੇ ਪੈਂਦਾ, ਇੰਨਾ ਫਰਕ ਹੋਰ ਕੀ ਹੈ। ਤਾਂ ਝੂਠਾ ਡੰਪ, ਝੂਠ ਪਾਸਾਰੀ, ਇਹ ਤੇਰੇ ਸਾਰੇ ਝੂਠੇ ਵਿਖਾਵੇ ਹੋਣਗੇ ਜੇ ਤੇਰੇ ਅੰਦਰ ਇਨਸਾਨੀਅਤ ਨਾ ਹੋਈ, ਔਰ ਵਿਖਾਵੇ ਸਾਰੇ ਤੇਰੇ ਪਰਦੇ ਫਾਸ਼ ਹੋ ਜਾਣਗੇ। ਔਰ ਹਕੀਕਤ ਹੈ, ਅੱਜ ਦੇਖੋ ਦੁਨੀਆ ਵਿੱਚ ਕਿੰਨੀ ਵੱਡੀ ਤਰੱਕੀ ਹੋਈ ਹੈ ਨਾ,
ਜਹਾਜ਼ ਨੇ, ਰੇਲਾਂ ਨੇ, ਸਾਰਾ ਕੁਛ ਹੈ। ਤੇ ਝੂਠਾ ਡੰਫ ਹੀ ਹੈ, ਵਿਖਾਵਾ ਹੀ ਹੈ। ਕੁੱਤੇ ਲੱਭ ਰਹੇ ਨੇ, ਪਿਆ ਬੰਦਾ ਚੋਰ ਹੈ, ਇਹ ਬੰਦਾ ਕਾਤਲ ਹੈ। ਬੰਦਾ ਇੱਥੇ ਖੜਾ ਹੈ, ਸਾਫ਼ ਦਿਸ ਰਿਹਾ ਵੀ ਤੁਹਾਡੀਆਂ ਚੋਰੀਆਂ ਤੇ ਕੁੱਤੇ ਲੱਭਦੇ ਨੇ ਪਏ। ਝੂਠਾ ਡੰਫ ਹੋ ਗਿਆ ਨਾ ਖਲਾਰਾ, ਕਿਉਂਕਿ ਇਨਸਾਨੀਅਤ ਸਾਫ਼ ਦਿਸ ਰਹੀ ਤੇ ਹੈ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ ਖਲਾਰਾ ਜਿਹੜਾ ਹੈ, ਇਹਦੇ ਵਿੱਚੋਂ ਤੈਨੂੰ ਸੁੱਖ ਨਹੀਂ ਮਿਲੇਗਾ। ਸੁੱਖ ਤਾਂ ਮਿਲੇਗਾ ਜੇ ਸ਼ਾਂਤੀ ਹੋਏਗੀ, ਜੇ ਤੇਰੇ ਅੰਦਰ ਗੁਣ ਹੋਣਗੇ। ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਇੰਸ ਦੀਆਂ ਖੋਜਾਂ ਨਾ ਹੋਣ, ਇਹਦਾ ਵਿਰੋਧ ਨਹੀਂ ਹੈ। ਹਾਥੀ ਘੋੜਿਆਂ ਦਾ ਵਿਰੋਧ ਨਹੀਂ ਵੀ ਜੇ ਤੁਹਾਡੇ ਕੋਲ ਗੁੰਜਾਇਸ਼ 10 ਨਵਾਂ ਦੀ ਕਿਰਤ ਕਮਾਈ ਕਰਕੇ ਤੁਸੀਂ ਮਹਿੰਗੀ ਕਾਰ ਲਓ, ਤੁਸੀਂ ਆਪਣਾ ਜਹਾਜ਼ ਖਰੀਦੋ, ਨੋ ਪ੍ਰੋਬਲਮ। ਪ੍ਰੋਬਲਮ ਇਹ ਨਹੀਂ ਹੈ। ਪ੍ਰੋਬਲਮ ਇਹ ਹੈ ਕਿ ਅੰਦਰ ਇਨਸਾਨੀਅਤ ਹੋਵੇ, ਅੰਦਰ ਗੁਣ ਹੋਣ, ਰੱਬੀ ਰਜ਼ਾ ਦੇ ਅੰਦਰ ਜੀਵੋਗੇ ਤਾਂ ਜੀਵਨ ਦੇ ਅੰਦਰ ਸ਼ਾਂਤੀ ਮਿਲੇਗੀ, ਤਾਂ ਇਹ ਸੰਸਾਰ ਸੁਹਾਵਣਾ ਹੋਏਗਾ। ਜਿਨ ਦੀਏ ਤਿਸ ਬੁਝੈ ਨਾ ਬਿਗਾਨਾ। ਬਿਗਾਨਾ ਦਾ ਮਤਲਬ ਬੇਗਿਆਨਾ। ਇੱਥੇ ਬਿਗਾਨਾ ਦਾ ਮਤਲਬ ਬੇਗਿਆਨਾ, ਯਾਨੀ ਬੇਸਮਝ। ਇੱਥੇ ਬਿਗਾਨਾ ਦਾ ਅਰਥ ਬੇਸਮਝ ਹੈ। ਵੈਸੇ ਬਿਗਾਨਾ ਦਾ ਮਤਲਬ ਇਹ ਵੀ ਹੁੰਦਾ ਜਿਹੜਾ ਆਪਣਾ ਨਾ ਹੋਵੇ, ਪਰ ਇੱਥੇ ਬਿਗਾਨਾ ਦਾ ਮਤਲਬ ਬੇਸਮਝ ਹੈ। ਜਿਨ ਦੀਏ ਤਿਸ ਬੁਝੈ ਨਾ ਬਿਗਾਨਾ। ਹੁਣ ਮੂਰਖ ਮਨੁੱਖ ਬੇਸਮਝ, ਜਿਸ ਰੱਬ ਨੇ ਸਾਰਾ ਕੁਝ ਦਿੱਤਾ ਹੈ ਨਾ, ਜੋ ਪਿੱਛੇ ਗਿਣਿਆ ਹੈ, ਪੈਸਾ, ਧੀਆਂ, ਪੁੱਤਰ, ਭੈਣ, ਭਰਾ, ਹਾਥੀ, ਘੋੜੇ, ਜਹਾਜ਼, ਸਾਰਾ ਕੁਝ ਜਿਨਨੇ ਦਿੱਤਾ ਹੈ, ਉਹਨੂੰ ਨਹੀਂ ਸਮਝਦਾ। ਦਾਤਾਂ ਦੇ ਨਾਲ ਜੁੜ ਗਿਆ, ਜਿਨਨੇ ਦਿੱਤੀਆਂ ਨੇ ਉਹਨੂੰ ਭੁਲਾਈ ਬੈਠਾ। ਪ੍ਰੋਬਲਮ ਇੱਥੇ ਹੈ। ਯਾਨੀ ਜਿਹੜੇ ਉਹ ਗੁਣ ਨੇ, ਉਸ ਦਾਤੇ ਦੇ ਗੁਣ, ਸਤ, ਸੰਤੋਖ, ਦਇਆ, ਧਰਮ, ਉਹਨਾਂ ਨਾਲੋਂ ਸੰਬੰਧ ਤੋੜ ਲੈ, ਸਿਰਫ ਹਾਥੀ ਘੋੜਿਆਂ ਦੇ ਨਾਲ ਜੁੜ ਗਿਆ। ਜਿਨ ਦੀਏ ਤਿਸ ਬੁਝੈ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਨਾਮ ਦਾ ਮਤਲਬ ਰੱਬੀ ਹੁਕਮ, ਰੱਬ ਦੀ ਰਜ਼ਾ। ਇਹਨੂੰ ਵਿਸਾਰ ਕੇ, ਇਹਨੂੰ ਭੁਲਾ ਕੇ, ਗੁਰੂ ਸਾਹਿਬ ਜੀ ਕਹਿੰਦੇ ਨੇ ਜੀਵਨ ਦੇ ਅੰਦਰ ਫਿਰ ਬੰਦਾ ਪਛਤਾਉਂਦਾ ਹੈ। ਆਖਿਰ ਪਛਤਾਵਾ ਰਹਿ ਜਾਂਦਾ ਹੈ, ਹੋਰ ਕੁਝ ਨਹੀਂ ਰਹਿ ਜਾਂਦਾ। ਲੰਬੜਦਾਰੀਆਂ, ਸਰਪੰਚੀਆਂ ਹੁੰਦੀਆਂ ਨੇ, ਪੈਸਾ, ਧਨ ਦੌਲਤ ਹੁੰਦਾ ਹੈ, ਜ਼ਮੀਨ ਜਾਇਦਾਦ ਹੁੰਦੀ ਹੈ, ਧੀਆਂ ਪੁੱਤਰ ਹੁੰਦੇ ਨੇ, ਹਾਥੀ ਘੋੜੇ ਹੁੰਦੇ ਨੇ, ਹਵਾਈ ਜਹਾਜ਼, ਹੈਲੀਕਾਪਟਰ ਹੁੰਦੇ ਨੇ, ਪਰ ਜਦੋਂ ਰਜ਼ਾ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਰੱਬੀ ਗੁਣਾਂ ਤੋਂ ਉਲਟ ਜ਼ਿੰਦਗੀ ਜੀਂਦਾ ਹੈ, ਇਹ ਸਾਰਾ ਕੁਝ ਹੁੰਦਿਆਂ ਵੀ ਦੁੱਖ ਔਰ ਅਸ਼ਾਂਤੀ ਬਣੀ ਰਹਿੰਦੀ ਹੈ। ਫਿਰ ਪਛਤਾਵਾ ਹੁੰਦਾ ਵੀ ਖੱਟਿਆ ਕੀ, ਜਦੋਂ ਲੇਖਾ ਜੋਖਾ ਕਰੀਦਾ, ਖੱਟਿਆ ਕੀ। ਇਸ ਲਈ ਇਹ ਸਫਲੇ ਤਾਂ ਨੇ, ਜਹਾਜ਼, ਹਾਥੀ ਘੋੜੇ, ਬੰਗਲੇ, ਧੀਆਂ ਪੁੱਤਰ, ਭੈਣ ਭਰਾ, ਰਿਸ਼ਤੇ ਨਾਤੇ, ਇਹ ਸਫਲੇ ਤਾਂ ਨੇ ਜੇ ਇਹਨਾਂ ਦੇ ਅੰਦਰ ਰਹਿੰਦਿਆਂ ਇਨਸਾਨੀਅਤ ਅੰਦਰ ਹੋਵੇ, ਜੇ ਇਹਨਾਂ ਦੇ ਵਿੱਚ ਰਹਿੰਦਿਆਂ ਅੰਦਰ ਖੁਸ਼ੀ ਖੇੜਾ ਹੋਵੇ, ਮਿਲਵਰਤਨ ਹੋਵੇ, ਇਹ ਜੀਵਨ ਸਵਰਗ ਹੋਵੇ। ਨਹੀਂ ਤਾਂ ਜ਼ਿੰਦਗੀ ਵਿੱਚ ਪਛਤਾਵਾ ਹੈ। ਇਸ ਲਈ ਜੇ ਅਸੀਂ ਕਿਤੇ ਕੋਈ ਗਲਤੀ ਭੁੱਲ ਕੀਤੀ ਹੈ ਬਾਈ ਦੀਵੇ, ਔਰ ਕਿਸੇ ਚੀਜ਼ ਦਾ ਪਛਤਾਵਾ ਹੈ ਨਾ, ਤਾਂ ਅੱਗੋਂ ਐਸਾ ਜੀਵਨ ਨਾ ਜੀਵੀਏ ਕਿ ਸਾਨੂੰ ਦੁਬਾਰਾ ਫਿਰ ਪਛਤਾਣਾ ਪਵੇ। ਮੈਂ ਖਾਸ ਕਰਕੇ ਨੌਜਵਾਨ ਬੱਚਿਆਂ ਨੂੰ ਇਹ ਬੇਨਤੀ ਜ਼ਰੂਰ ਕਰਨਾ ਹੁੰਦਾ ਕਿ ਬੱਚਿਓ, ਆਪਣੇ ਮਾਂ-ਬਾਪ ਦੇ ਨਾਲ ਮਾੜਾ ਵਿਹਾਰ ਨਾ ਕਰਿਓ। ਆਪਣੇ ਬਜ਼ੁਰਗ ਮਾਂ-ਬਾਪ ਜਿਹੜੇ ਨੇ, ਉਹਨਾਂ ਦਾ ਆਦਰ ਕਰੋ, ਸਤਿਕਾਰ ਕਰੋ। ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਸਮੇਂ ਸਿਰ ਪੂਰੀਆਂ ਕਰੋ। ਕੋਈ ਮਾੜਾ ਬੋਲ ਨਾ ਬੋਲੋ। ਮਤਾਂ ਕਦੇ ਤੁਹਾਨੂੰ ਸਮਝ ਆਏ ਕਿ ਮੈਂ ਯਾਰ ਆਪਣੇ ਪਿਓ ਨਾਲ ਇਹ ਕੰਮ ਗਲਤ ਕੀਤਾ ਸੀ, ਮਾੜਾ ਬੋਲਿਆ ਸਾਂ ਮਾਂ ਨਾਲ, ਤੇ ਮੈਂ ਮਾਫੀ ਮੰਗ ਲਵਾਂ। ਤੁਹਾਡੇ ਮਨ ਅੰਦਰ ਮਾਫੀ ਮੰਗਣ ਦਾ ਵਿਚਾਰ ਹੋਏ ਤੇ ਮਾਂ ਪਿਓ ਹੋ ਨਹੀਂ ਨਾ, ਤੁਸੀਂ ਮਾਫੀ ਨਾ ਮੰਗ ਸਕੋ ਤੇ ਪਛਤਾਵਾ ਸਾਰੀ ਜ਼ਿੰਦਗੀ ਹੀ ਰਹਿ ਜਾਏ। ਇਸ ਲਈ ਐਸਾ ਕੋਈ ਕਰਮ ਨਾ ਕਰੋ। ਆਪਣੇ ਵਿਹਾਰ ਨੂੰ ਸੁਧਾਰੋ ਕਿ ਅਸੀਂ ਭੈਣਾਂ ਭਰਾਵਾਂ ਤੋਂ ਮਾਫੀ ਮੰਗਣੀ ਹੋਏ ਤੇ ਉਹ ਭੈਣ ਭਰਾ ਹੀ ਨਾ ਹੋਣ। ਐਸੀ परिस्थिति पैदा ना होवे जिंदगी।